ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਵਿੱਚ ਜੋ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਇਹ ਜੋ ਹੁਣ ਆਪਾਂ ਨੂੰ ਮਾਨਸ ਜਾਮਾ ਮਿਲੀ ਹੈ, ਇਸ ਮਾਨਸ ਜਾਮੇ ਨੂੰ ਵੀ ਰਤਨ ਦਾ ਨਾਂ ਦਿੱਤਾ। ਵੀ ਜਿਹੜਾ ਬੜਾ ਕੀਮਤੀ ਹੈ, ਬੜਮੁੱਲਾ ਹੈ, ਜਿਹਦਾ ਕੋਈ ਮੁੱਲ ਦਿੱਤਾ ਨਹੀਂ ਜਾ ਸਕਦਾ। ਜਿਹੜੇ ਆਪਣੇ ਫਿਰ ਇਹ ਸਵਾਸ ਨੇ, ਸਵਾਸਾਂ ਨੂੰ ਵੀ ਰਤਨ ਆਖੀਏ। ਇਸ ਲੋਕ ਦੇ ਵਿੱਚ ਇਹਨਾਂ ਸਵਾਸਾਂ ਦੀ ਕੋਈ ਕੀਮਤ ਨਹੀਂ ਦਿੱਤੀ ਜਾ ਸਕਦੀ। ਇਹ ਵੀ ਰਤਨ ਹੈ, ਬੜਮੁੱਲਾ ਧਨ ਹੈ। ਇਸ ਵਾਸਤੇ ਫਿਰ ਜਦੋਂ ਆਪਾਂ ਸਾਧ ਸੰਗਤ ਦੇ ਵਿੱਚ ਆਉਂਦੇ ਹਾਂ, ਫਿਰ ਸਾਨੂੰ ਭੇਦ ਖੁੱਲ੍ਹਦਾ ਹੈ। ਇਹ ਜੋ ਸਾਨੂੰ ਜੀਵਨ ਮਿਲਿਆ ਹੈ, ਇਹ ਕਿੰਨਾ ਬੜਮੁੱਲਾ ਤੇ ਕਿੰਨੀ ਜ਼ਿਆਦਾ ਅਹਿਮੀਅਤ ਰੱਖਦਾ। ਮਹਾਰਾਜ ਫਿਰ ਸਾਨੂੰ ਸਮਝਾਉਂਦੇ ਬਈ ਇਹ ਜੋ ਸਰੀਰ ਹੈ, ਇਹ ਮਾਲਕ ਨੇ ਆਪਣਾ ਹੀ ਸਰਗਨ ਰੂਪ ਹੈ ਜਿਹੜਾ ਇਹ ਤਿਆਰ ਕੀਤਾ ਹੈ। ਇਸ ਸਰੀਰ ਨੂੰ ਵੀ ਹਰੀ ਦਾ ਮੰਦਰ ਆਖੀ, ਜਿਹਦੇ ਵਿੱਚ ਮਾਲਕ ਆਪ ਵਸਦਾ। ਹੁਣ ਇਹ ਭੇਦ ਸਾਨੂੰ ਉਦੋਂ ਆਉਂਦਾ ਹੈ ਜਦੋਂ ਸਾਨੂੰ ਇਹ ਰਤਨ ਗਿਆਨ ਦੀ ਪ੍ਰਾਪਤੀ ਹੁੰਦੀ, ਫਿਰ ਪਤਾ ਲੱਗਦਾ ਵੀ ਇਹ ਹਰੀ ਦਾ ਮੰਦਰ, ਇਹਦੇ ਵਿੱਚ ਮਾਲਕ ਵਸਦਾ। ਮਹਾਰਾਜ ਫਰਮਾਉਂਦੇ ਨੇ, ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਈ। ਜਦੋਂ ਇਹ ਸਾਨੂੰ ਗਿਆਨ ਰਤਨ ਪ੍ਰਗਟ ਹੁੰਦਾ ਹੈ, ਸਾਨੂੰ ਪਤਾ ਲੱਗਦਾ ਵੀ ਇਹ ਹਰੀ ਦਾ ਮੰਦਰ ਹੈ, ਇਹਦੇ ਵਿੱਚ ਮਾਲਕ ਆਪ ਵਸਦਾ। ਆਪਾਂ ਨੂੰ ਫਿਰ ਸਮਝਾਉਂਦੇ ਵੀ ਭੇਦ ਉਦੋਂ ਹੀ ਖੁੱਲ੍ਹਦਾ ਜਦੋਂ ਸਾਨੂੰ ਗਿਆਨ ਹੁੰਦਾ, ਅਤੇ ਗਿਆਨ ਸਾਨੂੰ ਹੁੰਦਾ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ। ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਫਿਰ ਇਹ ਸਾਡੇ ਨੇਤਰਾਂ ਦੇ ਵਿੱਚ ਗਿਆਨ ਦਾ ਅੰਜਨ ਸੁਰਮਾ ਪਾਇਆ ਜਾਂਦਾ ਹੈ।
ਜਿਹਦੇ ਨਾਲ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਤੇ ਗਿਆਨ ਦਾ ਪ੍ਰਕਾਸ਼ ਚਾਨਣ ਹੁੰਦਾ, ਤੇ ਫਿਰ ਸਾਨੂੰ ਪਤਾ ਲੱਗਦਾ ਬਈ ਇਹ ਹਰੀ ਦਾ ਮੰਦਰ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਬਈ ਜਦੋਂ ਮਾਲਕ ਦੀ ਕਿਰਪਾ ਹੋਈ, ਸਾਨੂੰ ਸੰਗ ਹੋਇਆ, ਸਤ ਸੰਗਤ ਮਿਲੀ, ਤੇ ਸਾਡੇ ਨੇਤਰਾਂ 'ਚ ਗਿਆਨ ਦਾ ਅੰਜਨ ਸੁਰਮਾ ਪਿਆ, ਤੇ ਇਸ ਨੂੰ ਰਤਨ ਕਹਿੰਦੇ। ਇਹਦੇ ਨਾਲ ਫਿਰ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਬਈ ਮਾਲਕ ਦੇ ਦੋ ਰੂਪ ਨੇ ਪਰਮਾਤਮਾ ਦੇ, ਇੱਕ ਨਿਰਗੁਣ ਤੇ ਦੂਸਰਾ ਸਰਗੁਣ। ਦੋਵੇਂ ਹੀ ਰੂਪ ਵਾਹਿਗੁਰੂ ਦੇ ਆਪਣੇ ਸਾਹਮਣੇ। ਹੁਣ ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ ਜਾਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਆਪਾਂ ਬੇਨਤੀ ਕਰਦੇ ਵੀ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰ, ਸਾਨੂੰ ਦਰਸ਼ਨ ਦੇ। ਫਿਰ ਸਾਨੂੰ ਪੁੱਛਦੇ ਵੀ ਤੁਸੀਂ ਕਿਹੜੇ ਰੂਪ ਦੇ ਵਿੱਚ ਮੇਰੇ ਦਰਸ਼ਨ ਕਰਨਾ ਚਾਹੁੰਦੇ ਹੋ, ਤੇ ਆਪਾਂ ਨੂੰ ਸਮਝਾਉਂਦੇ ਵੀ ਮੇਰੇ ਦੋ ਰੂਪ ਨੇ, ਨਿਰਗੁਣ ਅਤੇ ਸਰਗੁਣ। ਹੁਣ ਜੋ ਨਿਰਗੁਣ ਹੈ, ਨਿਰੰਕਾਰ, ਉਹਨੂੰ ਤਾਂ ਅਸੀਂ ਦੇਖਦੇ ਨਹੀਂ, ਉਹਨੂੰ ਤਾਂ ਅਸੀਂ ਭੁੱਲ ਹੀ ਚੁੱਕੇ ਹਾਂ। ਆਪਣੀ ਇੱਛਾ ਹੁੰਦੀ ਵੀ ਸਰਗੁਣ ਰੂਪ ਦੇ ਵਿੱਚ ਸਾਨੂੰ ਮਿਲੇ, ਸਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਕਰੇ। ਫਿਰ ਆਪਾਂ ਜਦੋਂ ਇੱਛਾ ਜ਼ਾਹਰ ਕਰਦੇ ਹਾਂ ਵੀ ਸਾਨੂੰ ਸਰਗੁਣ ਰੂਪ 'ਚ ਮਿਲ, ਫਿਰ ਸਾਨੂੰ ਸਮਝਾਉਂਦੇ ਵੀ ਜੇ ਤੁਸੀਂ ਸਰਗੁਣ ਰੂਪ 'ਚ ਮੈਨੂੰ ਮਿਲਣਾ ਹੈ, ਇਹ ਜਿੰਨੇ ਵੀ ਤੁਸੀਂ ਆਕਾਰ ਦੇਖਦੇ ਹੋ ਇਹ ਸਾਰੇ ਮੇਰੇ ਹੀ ਨੇ। ਇਹ ਮੈਂ ਆਪਦੇ ਰਹਿਣ ਵਾਸਤੇ ਘਰ ਬਣਾਏ ਨੇ, ਤੇ ਸਭ ਦੇ ਅੰਦਰ ਮੈਂ ਵੱਸਦਾ। ਮਹਾਰਾਜ ਕਹਿੰਦੇ ਸਭ ਘਟ ਮੇਰੇ, ਉਹ ਸਭਨਾ ਅੰਦਰ। ਇਹ ਸਰੀਰ ਨੂੰ ਘਟ ਆਖੇ ਤੇ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਘਟ ਮੇਰੇ ਹੀ ਨੇ ਸਰੀਰ, ਸਭ ਦੇ ਅੰਦਰ ਮੈਂ ਹੀ ਵੱਸਦਾ। ਤੁਸੀਂ ਸਰਗੁਣ ਰੂਪ 'ਚ ਮੈਨੂੰ ਮਿਲਣਾ ਚਾਹੁੰਦੇ ਹੋ, ਇਹ ਸਾਰਾ ਮੇਰਾ ਹੀ ਰੂਪ ਬੈਠਾ ਹੈ, ਜਿੰਨੇ ਮਰਜ਼ੀ ਦਰਸ਼ਨ ਕਰ ਲਓ। ਆਪਾਂ ਨੂੰ ਸਮਝਾਉਂਦੇ ਬਈ ਇਹ ਸਰਗੁਣ ਰੂਪ ਮੈਂ ਨਿਰਗੁਣ ਦੇ ਵਿੱਚ ਆਪਣਾ ਹੀ ਪ੍ਰਗਟ ਕੀਤਾ। ਮਹਾਰਾਜ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਮੇਰਾ ਸਰਗੁਣ ਰੂਪ ਹੈ, ਜਿਹੜਾ ਆਕਾਰ ਹੈ। ਹੁਣ ਜੇ ਅਸੀਂ ਇੱਕ ਪਾਸੇ ਤਾਂ ਗੁਰਬਾਣੀ ਵੀ ਪੜ੍ਹਦੇ ਹਾਂ, ਬੇਨਤੀਆਂ ਅਰਦਾਸਾਂ ਵੀ ਕਰਦੇ ਹਾਂ, ਤੇ ਜਦੋਂ ਸਾਡੇ ਸਾਹਮਣੇ ਆਉਂਦਾ, ਜੇ ਅਸੀਂ ਉਹਦੇ ਸਰਗੁਣ ਰੂਪ ਦੀ ਨਿੰਦਿਆ ਕਰਦੇ ਹਾਂ, ਜੇ ਅਸੀਂ ਉਹਦੇ ਸਰਗੁਣ ਰੂਪ ਦੇ ਨਾਲ ਹੀ ਵੈਰ ਵਿਰੋਧ, ਈਰਖਾ, ਨਫ਼ਰਤ ਕਰਦੇ ਹਾਂ, ਫਿਰ ਇਹਨੂੰ ਕਹਿੰਦੇ ਸਾਡੀ ਅਗਿਆਨਤਾ। ਫਿਰ ਮਾਲਕ ਅੰਦਰ ਬੈਠਾ ਹੀ ਨਿਜ ਮਹਿਲ 'ਚ ਸਾਡੀ ਇਸ ਮੂਰਖਤਾ 'ਤੇ ਹੱਸਦਾ ਬਈ ਉਦਾਂ ਇਹ ਬੇਨਤੀਆਂ ਵੀ ਕਰਦੇ ਬਈ ਮਹਾਰਾਜ ਅਸੀਂ ਤੈਨੂੰ ਮਿਲਣਾ ਚਾਹੁੰਦੇ, ਅਤੇ ਜਦੋਂ ਮੈਂ ਇਹਨਾਂ ਦੇ ਸਾਹਮਣੇ ਆਉਂਦਾ ਮੇਰੇ ਨਾਲ ਹੀ ਲੜੀ ਜਾਂਦੇ, ਮੇਰੇ ਸਰਗੁਣ ਰੂਪ ਦੇ ਨਾਲ ਹੀ ਵੈਰ ਵਿਰੋਧ, ਈਰਖਾ, ਨਫ਼ਰਤ ਕੀਤੀ ਜਾਂਦੇ। ਮੇਰੇ ਮਿਲਣਾ ਕਿਸ ਨੂੰ ਚਾਹੁੰਦੇ ਨੇ? ਫਿਰ ਸਾਨੂੰ ਕਹਿੰਦੇ ਵੀ ਤੁਸੀਂ ਮਿਲ ਨਹੀਂ ਸਕਦੇ ਜੇ ਮੇਰੇ ਸਰਗੁਣ ਰੂਪ ਦੇ ਨਾਲ ਤੁਸੀਂ ਲੜਾਈ ਝਗੜਾ ਕਰੋਗੇ, ਈਰਖਾ ਨਫ਼ਰਤ ਕਰੋਗੇ, ਫਿਰ ਤੁਹਾਨੂੰ ਇਸ ਦੀ ਸਜ਼ਾ ਮਿਲੇਗੀ, ਸਜ਼ਾ ਵੀ ਬੜੀ ਸਖਤ ਮਿਲੇਗੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾ ਦਿੱਤਾ ਬਈ ਜੇ ਅਸੀਂ ਨਿੰਦਿਆ ਕਰਾਂਗੇ ਤੇ ਨਿੰਦਿਆ ਕਿਸੇ ਦੀ ਭਲੀ ਨਹੀਂ ਹੈ, ਕਿਉਂਕਿ ਕਰਾਂਗੇ ਕਿਸ ਦੀ ਜਿਹੜਾ ਅੰਦਰ ਵੱਸਦਾ, ਤੇ ਅੰਦਰ ਸਭ ਦੇ ਮਾਲਕ ਵੱਸਦਾ।
ਇਸ ਲਈ ਫਰਮਾਉਂਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਾਨਾ, ਮੂੰਹ ਕਾਲੇ ਤਨ ਨਿੰਦਕ ਨਰਕੇ ਘੋਰ ਭਵਨ। ਇਹ ਜਿਹੜਾ ਜੀਵ ਕਿਸੇ ਦੀ ਨਿੰਦਿਆ ਕਰਦਾ ਉਹਨੂੰ ਮਨਮੁਖ ਮੂਰਖ ਆਖਿਆ ਤੇ ਉਹਨੂੰ ਸਜ਼ਾ ਮਿਲਦੀ, ਉਹਦਾ ਮੂੰਹ ਕਾਲਾ ਕਰਕੇ ਨਰਕਾਂ ਸੁੱਟ ਦਿੰਦੇ। ਜੇ ਮਹਾਰਾਜ ਕਹਿੰਦੇ ਮੇਰੇ ਸਰਗਨ ਰੂਪ ਨਾਲ ਦੁਬਦਾ ਰੱਖੋਗੇ ਤੇ ਤੁਹਾਨੂੰ ਧਰਮ ਰਾਏ ਤੋਂ ਸਜ਼ਾ ਦਵਾ ਦਿਆਂਗੇ। ਜਿਸ ਨਰਕੀ ਦੁਬਦਾ ਨਾ ਜਾਏ ਧਰਮ ਰਾਏ ਤੇ ਸਦੇ ਸਜਾਏ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਮੇਰਾ ਇਹੋ ਸਰਗਨ ਰੂਪ ਹੈ ਜਿਹੜਾ ਤੁਸੀਂ ਇਹ ਸੰਸਾਰ ਦੇ ਵਿੱਚ ਦੇਖਦੇ। ਇਹ ਨੇਤਰੋ ਮੇਰਿਓ ਇਹੋ ਵੈ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਤੇ ਇਹ ਕਹਿੰਦੇ ਮੇਰਾ ਸਰਗਨ ਰੂਪ ਹੈ ਤੇ ਦੂਸਰਾ ਮੇਰਾ ਨਿਰਗੁਣ ਰੂਪ, ਉਹ ਵੀ ਮੈਂ ਤੁਹਾਡੇ ਸਾਹਮਣੇ ਤੁਹਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ। ਤੁਹਾਡੇ ਚਾਰ ਛਪੇਰੇ ਮੌਜੂਦ, ਆਪਾਂ ਜਿੱਧਰ ਨੂੰ ਵੀ ਮੂੰਹ ਕਰਾਂਗੇ ਉਧਰੋਂ ਹੀ ਸਵਾਸ ਦੇ ਦਿੰਦੇ, ਕਿਉਂਕਿ ਹਰ ਪਾਸੇ ਐਸੀ ਕੋਈ ਥਾਂ ਨਹੀਂ ਜਿੱਥੇ ਨਹੀਂ ਹੈ। ਹੁਣ ਜੋ ਮਾਲਕ ਨਿਰਗੁਣ ਰੂਪ ਹੈ ਉਹ ਵੀ ਸਾਡੇ ਸਾਹਮਣੇ, ਸਾਡੇ ਤੋਂ ਦੂਰ ਨਹੀਂ ਹੈ, ਸਾਡੇ ਨੇੜੇ ਵੱਸਦਾ। ਮਹਾਰਾਜ ਕਹਿੰਦੇ ਨਿਕਟ ਵਸੇ ਨਾਹੀਂ ਹਰ ਦੂਰੇ, ਇਹੋ ਸਾਡੇ ਨੇੜੇ ਵੱਸਦਾ, ਦੂਰ ਨਹੀਂ, ਤੇ ਸਾਨੂੰ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ। ਇਸ ਵਾਸਤੇ ਫਿਰ ਜਿਨ੍ਹਾਂ ਨੇ ਦੇਖਿਆ ਉਹਨਾਂ ਗੁਰਮੁਖਾਂ ਨੇ ਆਪਾਂ ਨੂੰ ਦੱਸਿਆ ਵੀ ਸਾਡਾ ਹੱਥ ਵੀ ਦੂਰ ਹੈ, ਉਹ ਸਾਡੇ ਹੱਥਾਂ ਤੋਂ ਵੀ ਨੇੜੇ ਵੱਸਦਾ। ਮਹਾਰਾਜ ਫਰਮਾਉਂਦੇ ਕਹੋ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਏ। ਬਈ ਸਾਡੇ ਹੱਥਾਂ ਤੋਂ ਵੀ ਨੇੜੇ ਹੈ, ਜਿੱਧਰ ਨੂੰ ਵੀ ਮੁੱਖ ਕਰਾਂਗੇ, ਜਿੱਥੇ ਵੀ ਜਾਵਾਂਗੇ ਹਰ ਥਾਂ 'ਤੇ ਮੌਜੂਦ ਹੈ। ਮਹਾਰਾਜ ਕਹਿੰਦੇ ਤੂੰ ਸਭਨੀ ਥਾਈ ਜਿੱਥੇ ਹੋਂ ਜਾਈ, ਸੱਚਾ ਸਿਰਜਣਹਾਰ ਜੀਓ। ਹੁਣ ਗੁਰਬਾਣੀ ਗੁਰੂ ਵਿੱਚ ਇਹ ਦੋਵਾਂ ਰੂਪਾਂ ਦੀ ਹੀ ਉਸਤਤ ਵਡਿਆਈ ਕੀਤੀ ਹੈ। ਜਿਹੜਾ ਮਾਲਕ ਦਾ ਸਰਗਨ ਰੂਪ ਹੈ ਉਹਦੀ ਵੀ ਵਡਿਆਈ, ਉਹਦੀ ਵੀ ਉਸਤਤ ਕੀਤੀ ਹੈ। ਜਦੋਂ ਆਪਾਂ ਇਸ ਮਾਰਗ ਦੇ ਉੱਤੇ ਚੱਲਦੇ ਹਾਂ, ਲਿਵ ਦੇ ਉੱਤੇ ਤੇ ਮਾਲਕ ਦੇ ਨਾਲ ਮਿਲਾਪ ਕਰ ਲੈਂਦੇ ਹਾਂ, ਉਦੋਂ ਫਿਰ ਸਾਡੇ ਮਨ ਨੂੰ ਕਹਿੰਦੇ ਹਰ ਜਨ, ਪਰਮਾਤਮਾ ਨੂੰ ਹਰੀ ਕਹਿ ਦਿੱਤਾ ਤੇ ਗੁਰਮੁਖਾਂ ਨੂੰ ਜਨ ਕਹਿ ਦਿੱਤਾ ਤੇ ਇਕੱਠਾ ਬੋਲ ਦਿੰਦੇ ਹਰ ਜਨ। ਹੁਣ ਮਹਾਰਾਜ ਕਹਿੰਦੇ ਵੀ ਜਿਹੜਾ ਹਰ ਜਨ ਹੈ ਉਹ ਮੇਰਾ ਰੂਪ ਹੈ, ਸਰਗਨ ਰੂਪ। ਸਰਗਨ ਰੂਪ ਦੇ ਵਿੱਚ ਫਿਰ ਉਸ ਗੁਰਮੁਖ ਦੀ ਉਸਤਤ ਵਡਿਆਈ ਕੀਤੀ। ਮਹਾਰਾਜ ਜਿਹੜਾ ਸਰਗਨ ਰੂਪ ਮਾਲਕ ਦਾ ਉਹਦੀ ਵਡਿਆਈ ਕਰਦੇ, ਕਹਿੰਦੇ ਬਾਗੇ ਕਾਪੜ ਬੋਲੇ ਬੈਣ, ਲੰਮਾ ਨੱਕ ਕਾਲੇ ਤੇਰੇ ਨੈਣ, ਕਾਬੂ ਸਾਹਿਬ ਦੇਖਿਆ ਭੈਣ। ਬਈ ਇਹ ਮਾਲਕ ਦਾ ਸਰਗਨ ਰੂਪ ਹੈ। ਬਈ ਜਿਹੜਾ ਹਰੀ ਦਾ ਜਨ ਹੈ ਉਹ ਬੜਾ ਮਿੱਠਾ ਬੋਲਦਾ, ਪਿਆਰਾ ਬੋਲਦਾ, ਉਹ ਗੁੱਸੇ ਨਾਲ ਨਹੀਂ ਬੋਲਦਾ। ਤੇ ਉਹਦੇ ਜਿਹੜੇ ਨੇਤਰ ਬੜੇ ਸੋਹਣੇ, ਕਿਉਂ ਸੋਹਣੇ? ਕਿਉਂਕਿ ਉਹ ਮਾਲਕ ਨੂੰ ਦੇਖਦੇ, ਇਸ ਕਰਕੇ ਸੋਹਣੇ ਨੇ। ਇਸ ਵਾਸਤੇ ਫਿਰ ਜਿਹੜਾ ਮਾਲਕ ਦਾ ਸਰਗਨ ਰੂਪ, ਉਹਦੀ ਉਸਤਤ, ਉਹਦੀ ਵੀ ਵਡਿਆਈ ਕੀਤੀ ਹੈ। ਤੇ ਜਿਹੜਾ ਮਾਲਕ ਦਾ ਨਿਰਗੁਣ ਰੂਪ ਹੈ, ਨਿਰੰਕਾਰ ਆਪ ਮਾਲਕ, ਉਹਦੀ ਵੀ ਉਸਤਤ, ਉਹਦੀ ਵੀ ਵਡਿਆਈ ਕੀਤੀ ਹੈ। ਹੁਣ ਮਹਾਰਾਜ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਦੱਸੋ ਮੈਨੂੰ ਕਿਹੜੇ ਰੂਪ ਦੇ ਵਿੱਚ ਮਿਲਣਾ ਚਾਹੁੰਦੇ ਹੋ। ਜਦੋਂ ਆਪਾਂ ਬੇਨਤੀਆਂ ਕਰਦੇ ਵੀ ਸੱਚੇ ਪਾਤਸ਼ਾਹ ਸਾਨੂੰ ਮਿਲ, ਤੇ ਉਹ ਕਹਿੰਦੇ ਦੋਵੇਂ ਰੂਪ ਮੇਰੇ ਤੁਹਾਡੇ ਸਾਹਮਣੇ, ਨਿਰਗੁਣ ਵੀ ਤੁਹਾਡੇ ਸਾਹਮਣੇ ਤੁਹਾਨੂੰ ਸਵਾਸ ਦੇ ਰਹੇ ਹਾਂ, ਤੇ ਸਰਗੁਣ ਵੀ ਤੁਹਾਡੇ ਸਾਹਮਣੇ ਹੀ ਆ, ਸਭਨਾਂ ਦੇ ਅੰਦਰ ਬੈਠੇ। ਜਿੰਨੇ ਵੀ ਸਰੀਰ ਸਭ ਮੇਰੇ ਹੀ ਨੇ, ਮੈਂ ਆਪਦੇ ਰਹਿਣ ਵਾਸਤੇ ਘਰ ਹੀ ਬਣਾਏ। ਹੁਣ ਇਹਦਾ ਭੇਦ ਸਾਨੂੰ ਉਦੋਂ ਖੁੱਲ੍ਹਦਾ ਜਦੋਂ ਸਾਨੂੰ ਇਹ ਫਿਰ ਗਿਆਨ ਰਤਨ ਪ੍ਰਗਟ ਹੁੰਦਾ। ਇਸ ਵਾਸਤੇ ਸਾਨੂੰ ਫਿਰ ਗੁਰੂ
गुरु अमरदास जी समझाते जदों गुरु की शरण दे विच गए, वो भी उन्होंने अभ्यास किया, अंतरमुखी होए मालिक की आवाज़ नाद नूं सुनिया। सुन दे नाल फिर उन्होंने मन दे विच इन्ना चाह पैदा होया, उत्पन्न होया, ते फिर चाह दे विच सानूं भी दसदे भी ये हरि का मंदिर है, ये विच मालिक आप बोलदा, आप वसदा है। मारे फरमाउंदे मन चाओ भया, प्रभ अगम सुनिया, हर मंगल गाओ सखी, गृह मंदिर बने। भी ये जड़ा गृह सी हरि का मंदिर बन, ये मालिक आप बोलदा, आप वसदा। हुण वसदा तो साडे सबना दे अंदर आपा नूं समझाउंदे भी सारियां दे अंदर बोल रहे, सारियां दे अंदर वसदा, सबे घट राम बोले। हुण वो सानूं साडे अंदर दिखाई क्यों नहीं दिंदा, सुणदा क्यों नहीं? क्योंकि सानूं ये जिहड़ा ज्ञान रतन, ये साडा ये जिहड़ी माया है, माया खोह लैंदी है। जदों असीं माया दे नाल मोह पा लैंदे हां, प्रेम पा लैंदे हां, फिर ये जिहड़ा ज्ञान सी, ये ज्ञान माया हर लैंदी है, माया चुरा लैंदी है। महाराज कहंदे बाबा माया मोहित कीन, जन ज्ञान रतन हर लीन। बई ये जिहड़ा ज्ञान रतन ये माया ने चुरा लिया, माया ने हर लिया। सो तां करके फिर जदों सानूं ज्ञान नहीं हुंदा, फिर असीं मालिक दे सरगन रूप दे नाल ही वैर विरोध, ईरखा नफरत ਉਹਦੇ ਨਾਲ ही करी जाने, ਉਹਦੇ ਨਾਲ ही लड़ाइयां झगड़े, ਉਹਦੇ ਨਾਲ ही ईरखा नफरत वैर विरोध, सारा कुछ ही असीं करते हैं। ते इस नूं फिर कहंदे साडी अज्ञानता। ते महाराज सच्चे पातशाह सानूं समझाउंदे भी तुसीं बैर विरोध करदे किस दे नाल, भी किस दे नाल करो ना, क्योंकि सब दे अंदर ही मालिक बैठा। बाबा वैर विरोध न करिए काहू, घट घट अंतर ब्रह्म समाहू। हुण सानूं तां सतगुरु कह रहे भी घट घट दे विच ब्रह्म वसदा, हर थां ते वो मौजूद है। सानूं वार वार संतां ने पुकार पुकार के गल आखी। मारे फरमाउंदे घट घट मैं हर जू वसे, संतन कहो पुकार। हुण जिन्हां ने देखिया उन्होंने आखिया भी हर थां ते मौजूद है, ते आपां नूं हर थां ते क्यों नहीं दिखाई दिंदा, सानूं क्यों नहीं नज़र आउंदा? सानूं इस करके नहीं दिसदा क्योंकि साडा जिहड़ा मन है ये सुता पिया। सुता होण करके सानूं ना तां साडे अंदर दिखाई दिंदा, ना सानूं होरां दे अंदर दिखाई दिंदा। ऐसी अवस्था दे विच फिर कहंदे भी मन सी जिहड़ा ये सौ गया अज्ञानता दे विच। हुण मन नूं सुते होए नूं जगाउण वास्ते फिर ये आपां सिमरन करदे, नाल नाल सत संगत करदे। ज्यों ज्यों असीं सिमरन करांगे साडा मन जागेगा, ज्यों ज्यों जागेगा इनूं होश आएगी, ज्यों ज्यों इनूं होश आउणी तो फिर इनूं ज्ञान होना, इनूं समझ लगेगी, फिर इनूं भेद खुलना बई सतगुरु सानूं गुरबाणी गुरु विच की उपदेश करदे, की समझा रहे ने। जद तक मन सुता है उन्ना समा सानूं पता ही नहीं लगता भी सानूं की कह रहे। जिवें कोई जीव सुता होवे ते सुते कोल जो मर्जी उहनूं सुनाई चलो, ते जदों वो जागेगा तो उहनूं पुछीए भी समझ लगी, उन्हें कहना मैं तो सुता पिया सी, मैनूं तां पता नहीं लग्या की सुनाए। इहो कारण है संसार दे विच ये जो विचार गुरबाणी गुरु आपां नूं समझाउंदे, कथ कहानी बहुते जीवां नूं इहदी समझ नहीं लगदी। विरले विरले गुरमुख
ਜਿਨ੍ਹਾਂ ਨੂੰ ਸਮਝ ਲੱਗਦੀ ਉਹ ਵੀ ਮਾਲਕ ਦੀ ਸਾਡੇ 'ਤੇ ਬੜੀ ਵੱਡੀ ਕਿਰਪਾ ਹੋਵੇ। ਫਿਰ ਸਾਨੂੰ ਇਸ ਕਹਾਣੀ ਦੀ ਸਮਝ ਆਉਂਦੀ, ਨਹੀਂ ਤਾਂ ਸੰਸਾਰ ਦੀਆਂ ਕੋਈ ਸਾਨੂੰ ਜਿੰਨੀਆਂ ਮਰਜ਼ੀ ਸੁਣਾਈ ਚੱਲੇ, ਸਾਖੀਆਂ ਸੁਣਾ ਦੇਵੇ, ਸਾਨੂੰ ਹੋਰ ਜੋੜ ਕੇ ਦੁਨਿਆਵੀ ਕਹਾਣੀਆਂ ਸੁਣਾ ਦੇਵੇ, ਉਹਦੀ ਤਾਂ ਸਾਨੂੰ ਬੜੀ ਛੇਤੀ ਸਮਝ ਲੱਗ ਜਾਂਦੀ। ਪਰ ਇਹ ਜੋ ਅਕਥ ਕਹਾਣੀ, ਇਹਦੀ ਸਾਨੂੰ ਸਮਝ ਹੌਲੀ ਹੌਲੀ ਲੱਗਦੀ। ਇਸ ਕਰਕੇ ਫਿਰ ਇਹ ਸਤ ਸੰਗਤ ਨੂੰ ਸਕੂਲ ਦਾ ਨਾਂ ਦਿੱਤਾ। ਜਿਵੇਂ ਆਪਾਂ ਸੰਸਾਰ ਦੀ ਪੜ੍ਹਾਈ ਕਰਨ ਵਾਸਤੇ ਬੱਚਿਆਂ ਨੂੰ ਸਕੂਲਾਂ 'ਚ ਭੇਜਦੇ ਹਾਂ, ਹੁਣ ਸਕੂਲ ਦੇ ਵਿੱਚ ਉਹਨੂੰ ਇੱਕ ਵਾਰ ਜਾਣ ਦੇ ਨਾਲ ਤਾਂ ਪੜ੍ਹਾਈ ਨਹੀਂ ਆ ਜਾਂਦੀ। ਕਿੰਨੇ ਸਾਲ ਅਸੀਂ ਸੰਸਾਰ ਦੀ ਵਿੱਦਿਆ ਪੜ੍ਹਦੇ ਹਾਂ, ਫਿਰ ਜਾ ਕੇ ਸਮਝ ਲੱਗਣ ਲੱਗਦੀ, ਫਿਰ ਸਾਨੂੰ ਗਿਆਨ ਹੁੰਦਾ ਅਤੇ ਫਿਰ ਅਸੀਂ ਅੱਗੇ ਸੰਸਾਰ ਦੇ ਵਿੱਚ ਚੱਲਦੇ ਹਾਂ। ਹੁਣ ਇਸੇ ਤਰ੍ਹਾਂ ਹੀ ਇਹ ਜੋ ਗੁਰਬਾਣੀ ਗੁਰੂ ਆਪਾਂ ਨੂੰ ਗਿਆਨ ਦੇ ਰਹੇ, ਇਹ ਬ੍ਰਹਮ ਦਾ ਗਿਆਨ ਹੈ, ਬ੍ਰਹਮ ਵਿੱਦਿਆ ਹੈ। ਹੁਣ ਜੇ ਅਸੀਂ ਆਖੀਏ ਵੀ ਇਹਦਾ ਗਿਆਨ ਸਾਨੂੰ ਘਰੇ ਹੀ ਹੋ ਜੇ ਜੀ, ਅਸੀਂ ਆਪ ਹੀ ਲੈ ਲਾਂਗੇ ਅਤੇ ਆਪ ਚਾਹੇ ਸਾਰੀ ਉਮਰ ਪੜ੍ਹਦੇ ਰਹੀਏ, ਸਾਨੂੰ ਪਤਾ ਹੀ ਨਹੀਂ ਲੱਗਦਾ। ਜੇ ਜੀਵ ਆਖੇ ਵੀ ਮੈਨੂੰ ਸਤ ਸੰਗਤ ਦੀ ਲੋੜ ਨਹੀਂ, ਅਤੇ ਸਤ ਸੰਗਤ ਤੋਂ ਬਿਨਾਂ ਹੀ ਸਾਨੂੰ ਸਮਝ ਲੱਗਣੀ ਨਹੀਂ, ਸਾਨੂੰ ਭੇਤ ਆ ਹੀ ਨਹੀਂ ਸਕਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖ। ਮਹਾਰਾਜ ਕਹਿੰਦੇ ਸਤ ਸੰਗਤ ਮੇਰਾ ਸਕੂਲ ਹੈ, ਜਿੱਥੇ ਆ ਕੇ ਇੱਕ ਸਿੱਖ ਨੇ ਇਹ ਸਿੱਖਿਆ ਲੈਣੀ, ਇਹ ਗਿਆਨ ਲੈਣਾ, ਸੋਝੀ ਲੈਣੀ, ਸਾਰਾ ਅੰਦਰ ਦਾ ਆਪਾਂ ਨੂੰ ਭੇਜ ਦਿੱਤਾ ਜਾਣਾ। ਸੋ ਜਦੋਂ ਫਿਰ ਆਪਾਂ ਇਹ ਸਤ ਸੰਗਤ 'ਚ ਆਉਂਦੇ ਹਾਂ, ਪਹਿਲਾਂ ਸਾਡਾ ਮਨ ਨਹੀਂ ਠਿਕਦਾ। ਜਿਵੇਂ ਬੱਚਾ ਸਕੂਲ ਪਹਿਲਾਂ ਜਾਂਦਾ, ਪਹਿਲਾਂ ਤਾਂ ਜੀਅ ਨਹੀਂ ਲੱਗਦਾ, ਰੋਂਦਾ, ਅਤੇ ਫਿਰ ਵੀ ਆਪਾਂ ਉਹਨੂੰ ਭੇਜਦੇ ਵੀ ਨਹੀਂ ਜਾ, ਚਾਹੇ ਰੋਵੇ ਤਾਂ ਵੀ ਭੇਜਦੇ। ਅਤੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਸਤ ਸੰਗਤ 'ਚ ਆਉਂਦੇ, ਪਹਿਲਾਂ ਤਾਂ ਸਾਡਾ ਜੀਅ ਨਹੀਂ ਲੱਗਦਾ ਜੀ, ਕਿਉਂਕਿ ਮਨ ਸਾਡਾ ਮੈਲਾ ਹੋਇਆ ਹੁੰਦਾ, ਮਨ ਭਜਦਾ, ਮਨ ਉਡਾਰੀਆਂ ਮਾਰਦਾ ਬਾਹਰ ਨੂੰ ਵੀ ਕਦੋਂ ਸਮਾਪਤੀ ਹੋਵੇ, ਕਦੋਂ ਫਟਾਫਟ ਜਾਈਏ। ਹਾਲਾਂਕਿ ਇੰਨਾ ਸਮਾਂ ਹੋ ਗਿਆ ਆਪਾਂ ਨੂੰ ਸੰਸਾਰ ਦੇ ਵਿੱਚ ਵਿਚਰਦਿਆਂ ਨੂੰ, ਆਪਾਂ ਨੂੰ ਪਤਾ ਵੀ ਸੰਸਾਰ ਦੇ ਵਿੱਚ ਦੁੱਖ ਹੈ, ਪਰਿਵਾਰਾਂ 'ਚ ਕੀ ਹੈ, ਕਲਾ ਕਲੇਸ਼, ਲੜਾਈਆਂ ਝਗੜੇ, ਹੋਰ ਹੈ ਕੀ ਇੱਥੇ। ਅਤੇ ਆਪਾਂ ਨੂੰ ਸਤਿਗੁਰੂ ਕਹਿੰਦੇ ਵੀ ਇੱਥੇ ਸਾਨੂੰ ਸਤ ਸੰਗਤ ਦੇ ਵਿੱਚ ਆਇਆਂ ਨੂੰ ਸੁੱਖ ਮਿਲਣਾ, ਸਾਡੇ ਮਨ ਨੂੰ ਸ਼ਾਂਤੀ ਆਉਣੀ ਹੈ। ਇਹ ਸੁੱਖਾਂ ਦਾ ਸਾਗਰ ਹੈ ਸਤਿਗੁਰੂ, ਹੋਰ ਸੰਸਾਰ ਦੇ ਵਿੱਚ ਇਹਦੇ ਸੁੱਖ ਹੈ ਨਹੀਂ ਹੈ। ਮਹਾਰਾਜ ਕਹਿੰਦੇ ਸਤਿਗੁਰ ਸੁੱਖ ਸਾਗਰ ਜਗ ਅੰਤਰ, ਹੋਰ ਸੈਂ ਸੁੱਖ ਨਾਹੀਂ, ਹਉਮੈ ਰੋਗ ਜਗਤ ਵਿਆਪਿਆ, ਮਰ ਜਨਮੈ ਰੋਵੇ ਧਾਰੀ। ਬਈ ਜਗਤ ਦੇ ਵਿੱਚ ਤਾਂ ਜੀਵ ਧਾਹਾਂ ਮਾਰ ਕੇ ਰੋਂਦੇ ਨੇ, ਕਰਲਾਉਂਦੇ ਪਏ ਨੇ, ਦੁਖੀ ਨੇ, ਅਸ਼ਾਂਤ, ਕਲਾ ਕਲੇਸ਼, ਦੁਬਦਾ ਵੈਰ ਵਿਰੋਧ ਦੇ ਵਿੱਚ। ਹੁਣ ਜਦੋਂ ਫਿਰ ਆਪਾਂ ਸੰਗਤ ਦੇ ਵਿੱਚ ਆਉਂਦੇ ਹਾਂ, ਪਹਿਲਾਂ ਸਾਡਾ ਮਨ ਜਿਹੜਾ ਬੈਠਦਾ, ਫਿਰ ਜਦੋਂ ਆਪਾਂ ਲਗਾਤਾਰ ਆਈ ਜਾਂਦੇ ਹਾਂ, ਸਾਨੂੰ ਸਮਝ ਲੱਗਣੀ ਸ਼ੁਰੂ ਹੋ ਜਾਂਦੀ ਵੀ ਇਹ ਕਿਸੇ ਹੋਰ ਦੀ ਕਹਾਣੀ ਨਹੀਂ, ਸਾਡੀ ਆਪਦੀ ਹੈ। ਇਹ ਅਕਥ ਕਹਾਣੀ ਜਿਹੜਾ ਵੀ ਸੁਣੇਗਾ ਧਿਆਨ ਦੇ ਨਾਲ, ਉਹ ਗੱਲ ਵੱਖਰੀ ਵੀ ਜਿਹੜਾ ਨਹੀਂ ਸੁਣਦਾ ਉਹਨੂੰ ਤਾਂ ਚਲੋ ਸਮਝ ਕੀ ਲੱਗਣੀ। ਜਿਹੜਾ ਵੀ ਸੁਣੇਗਾ ਉਹਨੂੰ ਲੱਗੇਗਾ ਵੀ ਮੇਰੀ ਗੱਲ ਕਰਦੇ, ਵੀ ਮੇਰੀ ਗੱਲ ਹੋ ਰਹੀ ਹੈ, ਵੀ ਕਿਸੇ ਹੋਰ ਨੂੰ ਨਹੀਂ, ਮੈਨੂੰ ਹੀ ਸਮਝਾਉਂਦੇ ਨੇ, ਵੀ ਇਹ ਤਾਂ ਸਾਰੀ ਮੇਰੀ ਕਹਾਣੀ ਚੱਲਦੀ ਹੈ। ਇਹ ਸਾਨੂੰ ਤਾਂ ਲੱਗਦਾ ਆਪੋ ਆਪਣੀ ਸਾਰਿਆਂ ਨੂੰ, ਕਿਉਂਕਿ ਸਾਡੀ ਸਾਰਿਆਂ ਦੀ ਕਹਾਣੀ, ਸਾਡੇ ਮਨਾਂ ਦੀ ਕਹਾਣੀ। ਬਈ ਕਿਵੇਂ ਸਾਡੇ ਮਨ ਪਰਮਾਤਮਾ ਤੋਂ ਵਿਛੜੇ, ਕਿਵੇਂ ਅਸੀਂ ਮਿਲਾਪ ਕਰਨਾ, ਕਿਵੇਂ ਸਾਡਾ ਮਨ ਇੱਥੇ ਆ ਕੇ ਸੁੱਤਾ ਵਿਚਾਰਾਂ ਦੇ ਵਿੱਚ, ਕਿਵੇਂ ਇਹ ਕਲਾ ਕਲੇਸ਼ 'ਚ ਚਲਾ ਗਿਆ। ਇਹ ਸਾਡੀ ਸਾਰਿਆਂ ਦੀ ਇੱਕੋ ਹੀ ਕਹਾਣੀ ਹੈ, ਸਾਰੇ ਮਨਾਂ ਦੀ। ਤਾਂ ਕਰਕੇ ਫਿਰ ਜਿਹੜਾ ਵੀ ਜੀਵ ਸੁਣਦਾ ਉਹਨੂੰ ਲੱਗਦਾ ਵੀ ਇਹ ਤਾਂ ਮੇਰੀ ਕਹਾਣੀ ਹੋ ਰਹੀ ਹੈ, ਮੇਰੀ ਗੱਲ ਕਰਦੇ ਨੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਜਦੋਂ ਲਗਾਤਾਰ ਸੰਗਤ ਕਰਦੇ ਫਿਰ ਸਾਨੂੰ ਲੱਗਣ ਲੱਗਦਾ ਵੀ ਇਹ ਸਾਡੀ ਆਪਦੀ ਕਹਾਣੀ। ਫਿਰ ਜਦੋਂ ਆਪਦੀ ਕਹਾਣੀ ਸਾਨੂੰ ਲੱਗਦੀ ਹੈ, ਫਿਰ ਅਸੀਂ ਹੋਰ
ਸਹੀ ਦੇ ਵਿੱਚ ਸੁਣਦੇ ਹਾਂ, ਹੋਰ ਧਿਆਨ ਦੇ ਨਾਲ ਸੁਣਦੇ ਹਾਂ ਬਈ ਇਹ ਸਾਡੀ ਕਹਾਣੀ ਚੱਲ ਰਹੀ, ਅਸੀਂ ਆਪ ਸੁਣੀਏ ਤਾਂ ਸਹੀ ਵੀ ਸਾਡੇ ਨਾਲ ਕੀ ਬੀਤੀ, ਕਿਵੇਂ ਬੀਤ ਰਹੀ ਹੈ, ਕਿਉਂ ਸਾਡੀ ਇੱਦਾਂ ਦੀ ਹਾਲਤ ਹੋ ਗਈ, ਕਿਉਂ ਸਾਡੇ ਮਨ ਦੁਖੀ ਨੇ, ਕਾਹਤੋਂ ਸਾਡੇ ਪਰਿਵਾਰਾਂ 'ਚ ਲੜਾਈਆਂ ਝਗੜੇ ਨੇ, ਕਿਉਂ ਕਲਾ ਕਲੇਸ਼ ਨੇ, ਕਿਉਂ ਅਸੀਂ ਇੱਕ ਦੂਸਰੇ ਨਾਲ ਲੜਦੇ ਹਾਂ। ਇਹ ਸਾਡੀ ਫਿਰ ਆਪਣੀ ਕਹਾਣੀ ਜਦੋਂ ਆਪਾਂ ਸਤ ਸੰਗਤ ਕਰਦੇ ਫਿਰ ਸਾਨੂੰ ਸਤਿਗੁਰੂ ਸਮਝਾਉਂਦੇ, ਅਤੇ ਜਿਉਂ-ਜਿਉਂ ਫਿਰ ਆਪਾਂ ਸੰਗਤ ਕਰਾਂਗੇ ਸਾਨੂੰ ਸਮਝ ਲੱਗੇਗੀ ਅਤੇ ਫਿਰ ਅਸੀਂ ਇਸ ਕਲਾ ਕਲੇਸ਼ ਤੋਂ ਉੱਪਰ ਉੱਠਾਂਗੇ। ਜਦ ਤੱਕ ਸਾਨੂੰ ਇਹ ਕਹਾਣੀ ਦਾ ਨਹੀਂ ਪਤਾ, ਜਦ ਤੱਕ ਅਸੀਂ ਇਹ ਸੋਝੀ ਲੈਂਦੇ ਨਹੀਂ ਸਤਿਗੁਰਾਂ ਤੋਂ, ਉਹਨਾਂ ਸਮਾਂ ਅਸੀਂ ਇਹ ਤੋਂ ਉੱਪਰ ਉੱਠ ਨਹੀਂ ਸਕਦੇ ਕਲਾ ਕਲੇਸ਼ ਤੋਂ। ਉਹਨਾਂ ਸਮਾਂ ਸਾਡਾ ਇਹ ਕਲਾ ਕਲੇਸ਼ ਖਤਮ ਹੁੰਦਾ ਹੀ ਨਹੀਂ। ਇਸ ਕਰਕੇ ਫਿਰ ਜਦੋਂ ਆਪਾਂ ਸਤ ਸੰਗਤ 'ਚ ਆਉਂਦੇ ਹਾਂ, ਸਤਿਗੁਰੂ ਫਿਰ ਆਪਾਂ ਨੂੰ ਇਹ ਜੁਗਤੀ ਤਰੀਕਾ ਦੱਸਦੇ ਕਲੇਸ਼ ਖਤਮ ਕਰਨ ਦਾ, ਬਈ ਤੁਸੀਂ ਸਿਮਰਨ ਅਭਿਆਸ ਕਰੋ। ਜਦੋਂ ਸਿਮਰਨ ਕਰਾਂਗੇ ਤੁਹਾਡਾ ਕਲਾ ਕਲੇਸ਼ ਹੈ ਜਿਹੜਾ ਖਤਮ ਹੋ ਜਾਏਗਾ। ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਟਾਵੋ। ਹੁਣ ਜੀਨੇ ਤਾਂ ਇਹ ਵਚਨ ਮੰਨ ਲਿਆ ਵੀ ਸਤਿਗੁਰੂ ਮੈਨੂੰ ਕਹਿ ਰਹੇ, ਅਤੇ ਸਾਡੇ ਅੰਦਰ ਕਲਾ ਕਲੇਸ਼ ਵੀ ਹੈਗਾ। ਹੁਣ ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ, ਇੱਥੇ ਆ ਕੇ ਆਪਾਂ ਮੰਗਦੇ ਸਾਰੀ ਵੀ ਸਾਨੂੰ ਸੁੱਖ ਦਿਓ, ਸ਼ਾਂਤੀ ਦਿਓ, ਸਾਡੇ ਪਰਿਵਾਰਾਂ 'ਚ ਸੁੱਖ ਹੋਵੇ, ਸ਼ਾਂਤੀ ਹੋਵੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੁਸੀਂ ਸੁਖੀ ਹੋਣਾ ਹੈ ਅਤੇ ਸੁਖੀ ਹੋਣ ਦਾ ਤੁਹਾਨੂੰ ਤਰੀਕਾ ਦੱਸਦੇ ਵੀ ਤੁਸੀਂ ਸਿਮਰਨ ਕਰੋ। ਹੁਣ ਜਿਹਨੇ ਤਾਂ ਇਹ ਵਚਨ ਮੰਨ ਲਿਆ, ਮੰਨ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਉਹਦਾ ਕਲਾ ਕਲੇਸ਼ ਵੀ ਖਤਮ ਹੋ ਜਾਣਾ ਅਤੇ ਉਹਨੇ ਸੁਖੀ ਵੀ ਹੋ ਜਾਣਾ। ਜਿਹਨੇ ਹੁਣ ਵਚਨ ਮੰਨਿਆ ਹੀ ਨਹੀਂ, ਆਇਆ ਅਤੇ ਆ ਕੇ ਸੁੱਖ ਮੰਗਿਆ ਅਤੇ ਮਹਾਰਾਜ ਨੇ ਆਖਿਆ ਵੀ ਸਿਮਰਨ ਕਰ, ਅਤੇ ਉਹਨੇ ਕੀਤਾ ਹੀ ਨਹੀਂ, ਅਤੇ ਉਹਦਾ ਕਲਾ ਕਲੇਸ਼ ਨਹੀਂ ਖਤਮ ਹੋਏਗਾ। ਇਹੋ ਕਾਰਨ ਹੈ ਬਈ ਸੰਸਾਰ ਦੇ ਵਿੱਚ ਜੀਵ ਗੁਰਬਾਣੀ ਵੀ ਪੜ੍ਹਦੇ ਨੇ, ਪਰ ਪੜ੍ਹਦੇ ਹੋਏ ਵੀ ਉਹਨਾਂ ਦਾ ਕਲਾ ਕਲੇਸ਼ ਹੈ ਜਿਹੜਾ ਖਤਮ ਨਹੀਂ ਹੁੰਦਾ। ਪੜ੍ਹੀ ਵੀ ਜਾਣਗੇ ਰੋਜ਼ ਅਤੇ ਨਾਲੇ ਲੜੀ ਵੀ ਜਾਣਗੇ, ਕਲਾ ਕਲੇਸ਼ ਉਵੇਂ ਹੀ ਹੈ। ਇਹਦਾ ਕਾਰਨ ਇਹ ਹੈ ਵੀ ਜੋ ਸਾਨੂੰ ਗੁਰਬਾਣੀ ਗੁਰੂ ਕਰਨ ਨੂੰ ਕਹਿ ਰਹੇ ਸਿਮਰਨ ਅਸੀਂ ਉਹ ਕਰਦੇ ਨਹੀਂ, ਤਾਂ ਕਰਕੇ ਕਲਾ ਕਲੇਸ਼ ਖਤਮ ਨਹੀਂ ਹੁੰਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਕਿ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਕਰਨ ਨੂੰ ਵੀ ਤੁਸੀਂ ਉਹ ਕਰੋ, ਕਰਕੇ ਦੇਖੋ। ਜਿਹੜਾ ਕਰੇਗਾ ਉਹਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ। ਜਿਵੇਂ ਕੋਈ ਜੀਵ ਰੋਗੀ ਹੈ, ਰੋਗੀ ਡਾਕਟਰ ਪਾਸ ਜਾਂਦਾ ਹੈ ਅਤੇ ਉਹ ਦਾਰੂ ਦਿੰਦਾ ਹੈ। ਹੁਣ ਜਦੋਂ ਉਹ ਦਾਰੂ ਲਏਗਾ ਤਾਂ ਉਹਨੂੰ ਆਪਦੇ ਆਪ ਹੀ ਪਤਾ ਲੱਗ ਜਾਣਾ ਵੀ ਮੈਨੂੰ ਦਾਰੂ ਨਾਲ ਫਰਕ ਪੈ ਰਿਹਾ ਕਿ ਨਹੀਂ ਪੈ ਰਿਹਾ। ਜੇ ਨਹੀਂ ਪੈਂਦਾ ਤਾਂ ਉਹ ਡਾਕਟਰ ਬਦਲ ਲੈਂਦਾ ਵੀ ਮੈਨੂੰ ਕੋਈ ਫਰਕ ਤਾਂ ਪਿਆ ਨਹੀਂ ਹੈ। ਇਸੇ ਤਰ੍ਹਾਂ ਹੀ ਜਦੋਂ ਆਪਾਂ ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਸਤ ਸੰਗਤ ਦੇ ਵਿੱਚ ਆਇਆਂ ਨੂੰ ਜੋ ਆਪਾਂ ਨੂੰ ਉਪਦੇਸ਼ ਦਿੰਦੇ ਸਤਿਗੁਰੂ, ਜੇ ਅਸੀਂ ਉਹ ਉਪਦੇਸ਼ ਨੂੰ ਮੰਨਾਂਗੇ, ਉਹ ਦਾਰੂ ਲਵਾਂਗੇ ਅਤੇ ਸਾਨੂੰ ਆਪਦੇ ਆਪ ਹੀ ਪਤਾ ਲੱਗਣ ਲੱਗ ਜਾਣਾ। ਸਾਨੂੰ ਜੇ ਆਪਦੇ ਆਪ ਨਹੀਂ ਪਤਾ ਲੱਗੇਗਾ ਤਾਂ ਜਿਹੜੇ ਆਪਣੇ ਨਾਲ ਹੋਰ ਸਾਕ ਸੰਬੰਧੀ ਨੇ ਉਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ, ਉਹ ਤੁਹਾਨੂੰ ਕਹਿਣ ਲੱਗ ਜਾਣਾ। ਜਿਵੇਂ ਸਰੀਰ ਨੂੰ ਦੇਖ ਕੇ ਜੀਵ ਕਹਿ ਦਿੰਦਾ, ਜੇ ਕੋਈ ਰੋਗੀ ਹੈ ਅਤੇ ਉਹ ਠੀਕ ਹੋ ਜਾਵੇ ਅਤੇ ਉਹ ਦੇਖਣ ਵਾਲਾ ਕਹਿੰਦਾ ਵੀ ਹੁਣ ਤੂੰ ਅੱਗੇ ਨਾਲੋਂ ਤੰਦਰੁਸਤ ਹੋ ਗਿਆ, ਠੀਕ ਹੋ ਗਿਆ। ਇਸੇ ਤਰ੍ਹਾਂ ਹੀ ਜਦੋਂ ਆਪਣਾ ਮਨ ਬਦਲਦਾ ਹੈ ਅਤੇ ਫਿਰ ਜਿਹੜੇ ਆਪਣੇ ਆਲੇ ਦੁਆਲੇ ਦੇ ਜੀਵ ਹੁੰਦੇ ਉਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਇਹ ਪਹਿਲਾਂ ਵਾਲੇ ਨਹੀਂ ਰਹੇ, ਇਹਨਾਂ ਦੇ ਸੁਭਾਅ ਦੇ ਵਿੱਚ ਬਦਲਾਅ ਆ ਗਿਆ। ਪਹਿਲਾਂ ਆਪਾਂ ਨੂੰ ਨਿੱਕੀ ਨਿੱਕੀ ਗੱਲ 'ਤੇ ਗੁੱਸਾ ਆਉਂਦਾ ਹੈ, ਆਪਾਂ ਕਰੋਧੀ ਹੋ ਜਾਂਦੇ, ਫਿੱਕਾ ਬੋਲਦੇ, ਮਾੜਾ ਬੋਲਦੇ ਹਾਂ। ਜਦੋਂ ਆਪਾਂ ਸਿਮਰਨ ਕਰਾਂਗੇ ਆਪਾਂ ਨੂੰ ਗੁੱਸਾ ਆਉਣਾ ਹੀ ਨਹੀਂ। ਆਪਾਂ ਜਦੋਂ ਬੋਲਾਂਗੇ ਮਿੱਠਾ ਹੀ ਬੋਲਾਂਗੇ, ਅਤੇ ਉਹ ਜਿਹੜਾ ਸੁਣੇਗਾ ਉਹਨੇ ਕਹਿਣਾ ਵੀ ਪਹਿਲਾਂ ਤਾਂ ਇਹ ਬੜਾ ਗੁੱਸਾ ਕਰਦੀ ਸੀ,
ਵੀ ਹੁਣ ਤੁਹਾਨੂੰ ਗੁੱਸਾ ਨਹੀਂ ਆਉਂਦਾ, ਤੇ ਉਹ ਫਿਰ ਪਤਾ ਲੱਗ ਜਾਂਦਾ ਉਸ ਨੂੰ ਬਈ ਇਹ ਪਹਿਲਾਂ ਵਾਲੇ ਨਹੀਂ ਰਹੇ, ਇਹਨਾਂ ਦਾ ਹੁਣ ਬਦਲ ਗਿਆ, ਮਨ ਬਦਲ ਗਿਆ। ਸੋ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਕਹਿੰਦੇ ਵੀ ਜਦੋਂ ਅਸੀਂ ਕਰਾਂਗੇ ਤੇ ਸਾਡੇ ਅੰਦਰ ਬਦਲਾਅ ਆਉਣਾ ਹੀ ਆਉਣਾ, ਅਸੀਂ ਬਦਲਣਾ ਹੀ ਬਦਲਣਾ, ਕਿਉਂਕਿ ਇਹ ਪਾਵਰ ਹੈ ਗੁਰੂ ਦੇ ਸ਼ਬਦ ਦੇ ਵਿੱਚ। ਜਿਹੜਾ ਵੀ ਜਪੇਗਾ ਉਹਦੇ ਜਿਹੜੇ ਕਰਮ ਨੇ ਉਹ ਕਰਮ ਕੱਟੇ ਜਾਂਦੇ ਪਾਪਾਂ ਦੇ। ਇਸ ਲਈ ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਵੀ ਕਰੋੜਾਂ ਹੀ ਪਾਪ, ਕਰੋੜਾਂ ਕੀਤੇ ਹੋਏ ਸਾਡੇ ਐਸੇ ਕਰਮ, ਜਿਨ੍ਹਾਂ ਕਰਮਾਂ ਦੀ ਸਾਡੇ ਮਨ 'ਤੇ ਮੈਲ ਲੱਗੀ, ਅਤੇ ਮੈਲ ਹੋਣ ਕਰਕੇ ਹੀ ਸਾਡਾ ਮਨ ਜਿਹੜਾ ਇੱਦਾਂ ਦਾ ਹੋ ਗਿਆ, ਵੈਰ ਵਿਰੋਧ 'ਚ ਚਲਾ ਗਿਆ, ਫਿੱਕਾ ਬੋਲਣਾ ਸ਼ੁਰੂ ਕਰ ਦਿੱਤਾ। ਅਤੇ ਜਦੋਂ ਅਸੀਂ ਇਹ ਅਭਿਆਸ ਕਰਾਂਗੇ ਤਾਂ ਇਹਦੇ ਕਰਮ ਕੱਟੇ ਜਾਣ, ਅਤੇ ਇਸ ਦੇ ਅੰਦਰ ਬਦਲਾਅ ਆ ਜਾਣਾ, ਇਹਨੇ ਸਹਿਜ ਦੇ ਵਿੱਚ ਆ ਜਾਣਾ। ਸੋ ਇਹੋ ਕਾਰਨ ਫਿਰ ਆਪਾਂ ਜਿਵੇਂ ਇਤਿਹਾਸ ਵਿੱਚ ਦੇਖਦੇ ਹਾਂ ਵੀ ਜਿਨ੍ਹਾਂ ਵੀ ਜੀਵਾਂ ਨੇ ਫਿਰ ਸੰਗ ਕੀਤਾ ਗੁਰੂ ਸਾਹਿਬਾਨਾਂ ਦਾ, ਭਗਤਾਂ ਦਾ, ਜਿਨ੍ਹਾਂ ਨੇ ਸਤ ਸੰਗਤ ਕੀਤੀ, ਫਿਰ ਉਹਨਾਂ ਦਾ ਮਨ ਕਿਵੇਂ ਬਦਲ ਗਿਆ। ਇਸੇ ਤਰ੍ਹਾਂ ਹੀ ਇਹ ਸਤ ਸੰਗਤ ਨੂੰ ਸਤ ਸਰ ਸਰੋਵਰ ਦਾ ਨਾਮ ਦਿੱਤਾ, ਬਈ ਜਿਹਦੇ ਵਿੱਚ ਆ ਕੇ ਸਾਡਾ ਮਨ ਹੈ ਜਿਹੜਾ ਪਹਿਲਾਂ ਕਾਂ ਦੇ ਨਿਆਈ ਹੋ ਜਾਂਦਾ, ਜਦੋਂ ਇਹ ਦੌਦਾ ਦੇ ਵਿੱਚ ਹੁੰਦਾ ਕਾਲਾ ਹੋ ਜਾਂਦਾ, ਕਾਲਾ ਸ਼ਾਹ ਹੋ ਜਾਂਦਾ, ਜਿਵੇਂ ਕਾਂ ਕਾਲਾ ਹੁੰਦਾ। ਮਹਾਰਾਜ ਕਹਿੰਦੇ ਨਾ ਇਸ ਮਨ ਕੋ ਜਨਮ ਜਨਮ ਕੀ ਮਨ ਲਾਗੀ, ਕਾਲਾ ਹੁਆ ਸ਼ਾਹ। ਬਈ ਸਹੀ ਦਾ ਇਹ ਪ੍ਰਕਾਸ਼ ਰੂਪ ਜੋਤ ਸਰੂਪ ਪਰ ਕਾਲਾ ਹੋ ਗਿਆ, ਮੈਲ ਇੰਨੀ ਚੜ੍ਹ ਗਈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਮਨ ਜਿਹੜਾ ਕਾਲਾ ਹੋ ਗਿਆ ਕਾਂ ਵਰਗਾ, ਅਤੇ ਕਾਂ ਦੀ ਜਿਵੇਂ ਖੁਰਾਕ ਹੈ ਗੰਦਗੀ। ਕਾਂ ਦੀ ਜਿਹੜੀ ਬੋਲੀ ਉਹ ਬੋਲੀ ਵੀ ਨਹੀਂ ਮਿੱਠੀ, ਫਿੱਕਾ ਹੀ ਬੋਲਦਾ, ਜਿਵੇਂ ਆਪਾਂ ਸੰਸਾਰ 'ਚ ਆਮ ਜੀਵ ਕਹਿ ਦਿੰਦੇ ਵੀ ਕਿਵੇਂ ਕਾਂ ਕਾਂ ਕਰੀ ਜਾਂਦਾ, ਮਤਲਬ ਉਹ ਮਿੱਠਾ ਨਹੀਂ ਬੋਲਦਾ, ਕੌੜਾ ਬੋਲਦਾ। ਅਤੇ ਇਸੇ ਤਰ੍ਹਾਂ ਹੀ ਫਿਰ ਸੱਚੇ ਪਾਤਸ਼ਾਹ ਕਹਿੰਦੇ ਵੀ ਮਨ ਹੈ ਜਿਹੜਾ ਸਾਡੇ ਕਾਂ ਦੇ ਨਿਆਈ ਹੋ ਜਾਂਦਾ, ਜਦੋਂ ਇਹ ਮੈਲਾ ਹੋ ਜਾਂਦਾ, ਇਹ ਖੁਰਾਕ ਆਪਦੀ ਗੰਦਗੀ ਬਣਾ ਲੈਂਦਾ, ਵੈਰ ਵਿਰੋਧ ਈਰਖਾ ਨਫ਼ਰਤ ਵਾਲੀ। ਜਿਵੇਂ ਕਾਂ ਦਾ ਸੁਭਾਅ ਹੈ, ਉਹਦੇ ਅੱਗੇ ਅੰਮ੍ਰਿਤ ਦਾ ਪਿਆਲਾ ਵੀ ਰੱਖੀਏ ਉਹਦੀ ਤ੍ਰਿਪਤੀ ਨਹੀਂ ਹੁੰਦੀ, ਉਹਦੀ ਆਦਤ ਹੈ ਉਹਨੇ ਗੰਦਗੀ ਖਾਣੀ, ਗੰਦਗੀ 'ਚ ਚੁੰਝਾਂ ਮਾਰਨੀ। ਇਸੇ ਤਰ੍ਹਾਂ ਹੀ ਫਿਰ ਮਹਾਰਾਜ ਸਮਝਾਉਂਦੇ ਮਨਮੁਖ ਜੀਵ ਦੀ ਹਾਲਤ, ਦੁਰਮਤ ਭਾਗਹੀਣ ਮਤ ਫਿੱਕੇ, ਨਾਮ ਸੁਣ ਤਾਵੇ ਮਨ ਰੋਹੈ, ਕਊਆ ਕਾ ਕੋ ਅੰਮ੍ਰਿਤ ਰਸ ਪਾਈਏ, ਤ੍ਰਿਪਤੇ ਵਿਸ਼ਟਾ ਖਾਈ ਮੁਖ ਗੋਹੈ। ਬਈ ਜਿਹੜਾ ਮਨ ਕਾਂ ਦੇ ਨਿਆਈ ਹੋ ਗਿਆ, ਕਾਲਾ ਹੋ ਗਿਆ, ਫਿੱਕਾ ਬੋਲਣਾ ਉਹਨੇ ਸ਼ੁਰੂ ਕਰ ਦਿੱਤਾ, ਉਹਨੇ ਖੁਰਾਕ ਗੰਦਗੀ ਬਣਾ ਲਈ। ਐਸਾ ਜੀਵ ਵੀ ਜੇ ਸਤ ਸੰਗਤ ਦੇ ਵਿੱਚ ਆ ਜਾਵੇ, ਸਤ ਸੰਗਤ ਦੀ ਇੰਨੀ ਵਡਿਆਈ ਮਹਾਰਾਜ ਨੇ ਦੱਸੀ ਹੈ ਬਈ ਸਤ ਸੰਗਤ ਨੂੰ ਸਰੋਵਰ ਦਾ ਨਾਮ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹਨਾਂ ਨੂੰ ਅੰਮ੍ਰਿਤਸਰ ਦਾ ਨਾਮ ਦਿੱਤਾ, ਕਿਉਂਕਿ ਸਾਰੀ ਗੁਰਬਾਣੀ 'ਚ ਅੰਮ੍ਰਿਤ ਹੈ। ਅਤੇ ਮਹਾਰਾਜ ਕਹਿੰਦੇ ਵੀ ਇਹ ਸਤ ਸਰ ਸਰੋਵਰ ਦੇ ਵਿੱਚ ਨਹਾ ਕੇ ਕਾਂ ਵੀ ਹੰਸ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਅੰਮ੍ਰਿਤਸਰ ਸਤਿਗੁਰ ਸਤੇ ਬਾਦੀ, ਜਿਤ ਨਾਤੇ ਕਊਆ ਹੰਸ ਹੋਵੇ। ਬਈ ਇਹ ਸਤ ਸੰਗਤ ਦੀ ਇੰਨੀ ਮਹਿਮਾ ਸਤਿਗੁਰਾਂ ਨੇ ਗੁਰਬਾਣੀ 'ਚ ਕੀਤੀ, ਵਡਿਆਈ ਕੀਤੀ ਹੈ ਵੀ ਇਹਦੇ ਵਿੱਚ ਆ ਕੇ ਇੱਕ ਕਾਂ ਵੀ ਪਰਮਹੰਸ ਬਣ ਜਾਂਦਾ ਹੈ, ਉਹ ਵੀ ਸ਼ੁੱਧ ਹੋ ਜਾਂਦਾ, ਉਹ ਵੀ ਪਵਿੱਤਰ ਹੋ ਜਾਂਦਾ ਹੈ। ਜਿਵੇਂ ਆਪਾਂ ਅੱਗੇ ਦੇਖਦੇ ਸੀ ਪੁਰਾਣੇ ਸਮਿਆਂ 'ਚੋਂ ਕੈਲੰਡਰ ਹੁੰਦੇ ਸੀ, ਬਈ ਉਹ ਦਰਬਾਰ ਸਾਹਿਬ ਦੀ ਫੋਟੋ ਬਣਾਈ ਹੁੰਦੀ ਸੀ ਵੀ ਉੱਥੇ ਕਾਲੇ ਕਾਂ ਬਣ ਕੇ ਉੱਥੋਂ ਚਿੱਟੇ ਹੋ ਨਿਕਲਦੇ। ਉਹ ਕਹਾਣੀ ਸੀ ਜਿਵੇਂ ਆਪਾਂ ਸੁਣੀ ਹੈ ਬਈ ਪੱਟੀ ਦਾ ਰਾਜਾ ਸੀ ਦੁਨੀ ਚੰਦ, ਅਤੇ ਉਹਦੀਆਂ 7 ਲੜਕੀਆਂ ਸੀ। ਸਭ ਤੋਂ ਛੋਟੀ ਸੀ ਬੀਬੀ ਰਜਨੀ। ਅਤੇ ਇੱਕ ਦਿਨ ਉਹ ਪੁੱਛਣ ਲੱਗੇ ਵੀ ਤੁਸੀਂ ਕਿਹਦਾ ਦਿੱਤਾ ਖਾਂਦੀ,
ਤੇ ਉਹ ਛੋਟੀ ਜੋ ਬੀਬੀ ਰਜਨੀ ਸੀ ਉਹ ਸਤੋਗੁਣੀ ਸੀ, ਮਾਲਕ 'ਤੇ ਭਰੋਸਾ ਕਰਨ ਵਾਲੀ। ਉਹਨੇ ਆਖਿਆ ਵੀ ਪਰਮਾਤਮਾ ਦਾ, ਕਿਉਂਕਿ ਜਿਹਨੇ ਸਾਨੂੰ ਪੈਦਾ ਕੀਤਾ ਉਹੀਓ ਸਾਨੂੰ ਦਿੰਦਾ ਹੈ। ਅਤੇ ਉਹਨੂੰ ਇਹ ਸੀ ਵੀ ਮੈਂਹੀਓ ਦਿੰਦਾ, ਕਿਉਂਕਿ ਜਦੋਂ ਜੀਵ ਸਾਧ ਸੰਗਤ ਕਰਦਾ ਨਹੀਂ ਉਹਨੂੰ ਇਹੀ ਹੁੰਦਾ ਵੀ ਮੈਂਹੀਓ ਪਾਲਦਾ ਵੀ ਮੈਂਹੀਓ ਕਰਦਾ, ਜੇ ਮੈਂ ਕਰਦਾ ਤਾਂ ਤਾਂਹੀਓ ਜੀਵ ਖਾਂਦਾ ਪੀਂਦਾ, ਨਹੀਂ ਤਾਂ ਇਹ ਭੁੱਖਾ ਮਰੇਗਾ। ਇਸੇ ਤਰ੍ਹਾਂ ਹੀ ਉਹਨੇ ਦੁੱਧ ਵਸ ਹੋਣ ਕਰਕੇ ਫਿਰ ਉਹਨੇ ਇੱਕ ਐਸਾ ਜੀਵ ਲੱਭਿਆ ਜਿਹੜਾ ਨਸ਼ੇੜੀ ਸੀ, ਨਸ਼ਾ ਕਰਦਾ ਸੀ, ਕੋਈ ਕੰਮਕਾਰ ਕਰਦਾ ਨਹੀਂ ਸੀ। ਉਹਦਾ ਵਿਆਹ ਉਹਦੇ ਨਾਲ ਕਰ ਦਿੱਤਾ ਬਈ ਹੁਣ ਮੈਂ ਦੇਖਾਂਗਾ ਤੇਰਾ ਰੱਬ ਤੈਨੂੰ ਕਿਵੇਂ ਪਾਲਦਾ। ਅਤੇ ਉਹਨੇ ਮਾਲਕ ਦਾ ਭਾਣਾ ਮੰਨਦੇ ਹੋਏ ਵੀ ਉਹਨਾਂ ਦੇ ਨਾਲ ਚੱਲੇਗੀ। ਹੁਣ ਉਹ ਕੋਈ ਕੰਮ ਨਾ ਕਰੇ, ਨਸ਼ਾ ਕਰਕੇ ਸੁੱਤਾ ਰਿਹਾ ਕਰੇ, ਪਿਆ ਰਿਹਾ ਕਰੇ। ਅਤੇ ਉਸ ਸਮੇਂ ਕਹਿੰਦੇ ਹੁੰਦੇ ਸੀ ਬਈ ਜਿਹੜਾ ਕੋਈ ਕੰਮ ਕਾਰ ਨਹੀਂ ਕਰਦਾ ਵੀ ਇਹ ਜਮਾਂ ਹੀ ਕੋਹੜੀ, ਜਿਵੇਂ ਹੁਣ ਵੀ ਕਈ ਕਹਿ ਦਿੰਦੇ ਵੀ ਤਾਂ ਕੋਹੜੀ ਹੈ, ਜਮਾਂ ਹੀ ਵਿਹਲਾ ਰਹਿੰਦਾ, ਕੋਈ ਕੰਮ ਕਰਦਾ ਨਹੀਂ ਹੈ। ਇਸੇ ਤਰ੍ਹਾਂ ਹੀ ਉਹ ਉੱਦਾਂ ਸਰੀਰ ਕਰਕੇ ਕੋਹੜੀ ਨਹੀਂ ਸੀ ਬਈ ਉਹਨੂੰ ਕੋਈ ਹੋਰ ਕੋਹੜ ਨਹੀਂ ਸੀ ਹੋਇਆ, ਉਹ ਕੋਈ ਕੰਮਕਾਰ ਨਹੀਂ ਸੀ ਕਰਦਾ, ਵਿਹਲਾ ਰਹਿੰਦਾ ਸੀ, ਤਾਂ ਕਹਿੰਦੇ ਸੀ ਵੀ ਉਹ ਕੋਹੜੀ। ਉਹਨੇ ਕੀ ਕਰਨਾ, ਉਹਨੇ ਬੀਬੀ ਰਜਨੀ ਨੇ ਜੰਗਲਾਂ 'ਚ ਜਾਣਾ, ਲੱਕੜਾਂ ਕੱਟ ਕੇ ਕੁਝ ਉਹਨਾਂ ਨੂੰ ਵੇਚ ਕੇ ਸਮਾਨ ਲੈ ਕੇ ਆਉਣਾ, ਪ੍ਰਸ਼ਾਦਾ ਪਾਣੀ ਤਿਆਰ ਕਰਨਾ ਅਤੇ ਉਹਨੂੰ ਛਕਾਉਣਾ, ਨਾਲ ਆਪ ਛਕਣਾ। ਸਮਾਂ ਬੀਤਦਾ ਰਿਹਾ, ਉਹਨਾਂ ਨੂੰ ਫਿਰ ਸਾਧ ਸੰਗਤ ਮਿਲੀ, ਅਤੇ ਸਾਧ ਸੰਗਤ ਜਦੋਂ ਮਿਲੀ ਅਤੇ ਉਹ ਬੀਬੀ ਨੇ ਜਾ ਕੇ ਜਦੋਂ ਸੁਣੀ ਕਹਾਣੀ, ਇਹ ਕਥਾ ਕਹਾਣੀ, ਅਤੇ ਉਸ ਨੂੰ ਸਮਝ ਲੱਗੀ ਅਤੇ ਉਹਨੇ ਸਿਮਰਨ ਕਰਨਾ ਸ਼ੁਰੂ ਕੀਤਾ। ਅਤੇ ਫਿਰ ਉਹਦਾ ਜਿਹੜਾ ਪਤੀ ਸੀ ਉਹਨੂੰ ਵੀ ਨਾਲ ਲੈ ਕੇ ਗਈ ਵੀ ਤੁਸੀਂ ਵੀ ਚੱਲੋ, ਬਈ ਇਹ ਕਹਾਣੀ ਕਿਸੇ ਹੋਰ ਦੀ ਨਹੀਂ, ਆਪਣੀ ਸਾਰਿਆਂ ਦੀ ਕਹਾਣੀ। ਜਦੋਂ ਉਹ ਵੀ ਸੰਗਤ ਦੇ ਵਿੱਚ ਜਾ ਕੇ ਬੈਠਾ ਅਤੇ ਉਹ ਜਿਹੜਾ ਕੋਹੜੀ ਹੋ ਚੁੱਕਿਆ ਸੀ ਮਨ ਕਰਕੇ ਵੀ, ਅਤੇ ਉਹਦਾ ਜਿਹੜਾ ਕੋਹੜ ਸੀ ਉਹ ਕੋਹੜ ਠੀਕ ਹੋਣ ਲੱਗਿਆ, ਕਿਉਂਕਿ ਮਹਾਰਾਜ ਦੱਸਦੇ ਬਈ ਜਦ ਤੱਕ ਆਪਾਂ ਸਤ ਸੰਗਤ ਨਹੀਂ ਕਰਦੇ, ਨਾਮ ਦੇ ਨਾਲ ਨਹੀਂ ਜੁੜਦੇ, ਆਪਾਂ ਸਾਰੇ ਕੋਹੜੀ, ਸਾਡੇ ਮਨ ਕੋਹੜੀ ਨੇ। ਮਹਾਰਾਜ ਕਹਿੰਦੇ ਬਿਨ ਨਾਮੇ ਮਨ ਤਨ ਹੈ ਕੁਸ਼ਟੀ ਵਿੱਚ ਨਰਕੇ ਵਸਾ ਪਾਈਂਦਾ। ਇਹ ਨਾਮ ਤੋਂ ਬਿਨਾਂ ਜਿਹੜੇ ਸਾਡੇ ਮਨ ਨੇ ਕੋਹੜੀ ਹੋਏ ਨੇ, ਇਹਨਾਂ ਨੂੰ ਕੁਸ਼ਟ ਰੋਗ ਚੱਲਿਆ ਹੋਇਆ। ਸੋ ਜਦੋਂ ਫਿਰ ਉਹਨਾਂ ਨੇ ਸਤ ਸੰਗਤ ਕੀਤੀ, ਸਿਮਰਨ ਕਰਨਾ ਸ਼ੁਰੂ ਕੀਤਾ, ਅਤੇ ਜਿਹੜਾ ਉਹਨਾਂ ਦਾ ਕੋਹੜ ਸੀ ਉਹ ਕੋਹੜ ਠੀਕ ਹੋਣਾ ਸ਼ੁਰੂ ਹੋ ਗਿਆ। ਮਨ ਸੀ ਜਿਹੜਾ, ਮਨ ਨੂੰ ਸਮਝ ਆ ਗਈ, ਮਨ ਜਾਗ ਪਿਆ। ਅਤੇ ਜਦੋਂ ਜਾਗਿਆ ਅਤੇ ਫਿਰ ਉਹਨਾਂ ਨੇ ਵੀ, ਸਤਿਗੁਰਾਂ ਨੇ ਉਹਨਾਂ ਦੀ ਡਿਊਟੀ ਲਾਈ, ਉਹਨਾਂ ਨੇ ਵੀ ਫਿਰ ਪ੍ਰਚਾਰ ਕਰਨਾ ਸ਼ੁਰੂ ਕੀਤਾ। ਜਦੋਂ ਉਹਨਾਂ ਨੇ ਸ਼ੁਰੂ ਕੀਤਾ ਅਤੇ ਫਿਰ ਉਹਨਾਂ ਦੀ ਸੰਗਤ ਦੇ ਵਿੱਚ ਆ ਕੇ ਉਹੀਓ ਰਾਜਾ ਦੁਨੀ ਚੰਦ ਬੈਠਾ, ਜਿਹੜਾ ਕਹਿੰਦਾ ਸੀ ਵੀ ਇਹ ਕੋਹੜੀ ਕਿਸੇ ਕੰਮ ਦਾ ਨਹੀਂ, ਨਕੰਮਾ ਹੈ ਜਮਾਂ ਹੀ। ਜਦੋਂ ਆ ਕੇ ਉਹ ਬੈਠਾ ਅਤੇ ਉਹਨੇ ਉਹਨਾਂ ਦੇ ਮੁਖ ਦੇ ਵਿੱਚੋਂ ਮਾਲਕ ਦੀ ਉਸਤਤ ਵਡਿਆਈ ਸੁਣੀ, ਅਤੇ ਉਹ ਵੀ ਫਿਰ ਇਸ ਮਾਰਗ 'ਤੇ ਚੱਲ ਪਿਆ ਵੀ ਮਾਲਕ ਧੰਨ ਹੈ ਜਿਹੜਾ ਇਹੋ ਜਿਹੇ ਬੰਦੇ ਨੂੰ ਬਦਲ ਸਕਦਾ ਹੈ, ਵੀ ਜਿਹੜਾ ਜਮਾਂ ਹੀ ਕੋਹੜੀ ਹੈ ਅਤੇ ਮੈਂ ਕਿਉਂ ਨਹੀਂ ਬਦਲ ਸਕਦਾ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਸਤ ਸੰਗਤ ਦੀ ਵਡਿਆਈ ਹੈ ਵੀ ਜਦੋਂ ਆਪਾਂ ਕਰਦੇ ਹਾਂ ਅਤੇ ਸਾਡਾ ਮਨ ਬਦਲ ਜਾਂਦਾ ਹੈ। ਸਾਡੇ ਮਨ ਅਤੇ ਮਨ ਦਾ ਜਿਹੜਾ ਤਨ, ਇਹ ਦੋਵੇਂ ਠੀਕ ਹੋ ਜਾਂਦੇ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਸ਼ਬਦ ਦੀ ਵਿਚਾਰ ਕਰਦੇ ਹਾਂ। ਇਸ ਲਈ ਮਹਾਰਾਜ ਕਹਿੰਦੇ ਮਨ ਤਨ ਧੋਵੈ ਸ਼ਬਦ ਵਿਚਾਰੀ। ਜਦੋਂ ਆਪਾਂ ਇਹ ਸ਼ਬਦ ਦੀ ਵਿਚਾਰ ਕਰਦੇ ਹਾਂ, ਨਾਲ ਕਰਨ ਵਾਲੇ ਦਾ ਵੀ ਅਤੇ ਨਾਲ ਜਦੋਂ ਆਪਾਂ ਸੁਣਦੇ ਹਾਂ ਸੁਣਨ ਵਾਲਿਆਂ ਦਾ ਵੀ, ਸਾਡੇ ਮਨ ਦੀ ਜਿਹੜੀ ਮੈਲ ਹੈ ਇਹ ਮੈਲ ਉਤਰਨੀ ਸ਼ੁਰੂ ਹੋ ਜਾਂਦੀ। ਜਿਉਂ-ਜਿਉਂ ਮਨ ਦੀ ਮੈਲ ਉਤਰੇਗੀ, ਮਨ ਨਿਰਮਲ ਹੋ ਜਾਏਗਾ, ਸ਼ੁੱਧ ਹੋ ਜਾਏਗਾ। ਜਦੋਂ ਸਾਡਾ ਮਨ ਸ਼ੁੱਧ ਹੋਏਗਾ ਅਤੇ ਫਿਰ ਸਾਨੂੰ ਜੋ ਸਤਿਗੁਰੂ ਗਿਆਨ ਦਿੰਦੇ, ਇਹਦੇ ਨਾਲ ਸਾਨੂੰ ਗਿਆਨ ਹੁੰਦਾ, ਸੋਝੀ ਆਉਂਦੀ, ਅਤੇ ਫਿਰ ਆਪਣਾ ਮਨ ਜਿਹੜਾ ਵਾਪਸ ਘਰ ਚਲਾ ਜਾਂਦਾ। ਆਪਣੇ ਮਨ ਨੂੰ ਦੋ ਤਰੀਕੇ ਹੀ ਘਰ ਲਿਜਾਣ ਦੇ,
एक ही सिमरन ते नाल गुरु की मत ज्ञान। मारे फरमाउंदे मनुआ क्यों कर वासा वे, गुर प्रसादी ठाकीए ज्ञान मती घर आवे। बई जदों असीं गुरु की मत ज्ञान ले लांगे तो वापस घर चला जाएगा। निज महल अपना घर है, फिर घर का समंदवार अपना घर है। जदों असीं आपदे घर बैठांगे घर दे विच सुख ही सुख, आनंद ही आनंद है। इसलिए महाराज कहते भी जदों मालिक की साडे ते नज़र हुंदी, आपां नूं सत संगत मिलदी, ते फिर साडे मन का वासा थिर घर हो जाता है। महाराज फरमाउंदे नदर प्रभु सत संगत पाई, तन निज घर होआ वासा। बई साडे मन का वासा निज घर हो गया जदों सत संगत मिली, ते घर का भेत आ गया। हुण आपां नूं भी सतगुरां ने किरपा करके सतसंगत मिलाई है, ते आपां भी हुण आपदे घर बैठना, फिर घर निज महल दे विच। जे हुण साडा मन बैठ जाएगा, साडे जिन्ने भी कारज जो सतगुरु आप कर दिंदे, वो सानूं तसल्ली दिवाउंदे भी तुसीं घरे बैठो, तुहाडे कारज सारे मैं आप करांगा। महाराज कहते थिर घर बैसो हर जन प्यारे, सतगुर तुमरे काज सवारी। हुण जे आपां नूं इन्ना कह रहे तो असीं बैठ जाइए, जे बह जांगे तो देखांगे कारज किवें सवरदे। इस करके फिर भगतां दे कारज दे विच कदे कोई विघन पैंदा नहीं, उन्हां दे कारज मालक आप सवार दिंदा है। जिहड़ा मालक दा सेवक है, वो सेवक नूं निकटी होई आप मालक दिखाउंदा बई मैं तुहाडे नेड़े आ, तुहानूं किसी किस्म दा कोई फिकर कोई चिंता करन दी लोड़ नहीं। महाराज कहंदे अपने सेवक की आपे राखे, आपे नाम जपावे। जह जह काज करत सेवक की तहाँ तहाँ उठ धावे, सेवक को निकटी हुई दिखावे। बई मालक नेड़े दिखाउंदा भी मैं तुहाडे नेड़े अंग संग आ, तुहाडे नाल कोई विघन कोई रुकावट पैनी ही नहीं। इस वास्ते गुरमुखां दे काम चिंती हो जाते, जिन्हां दा प्रेम मालक दे नाल नाम दे नाल, उन्हां बारे फिर महाराज कहंदे अचिंत काम करे प्रभ तिन के, जिन हर का नाम प्यारा। बई जिन्हां नूं नाम प्यारा लगदा, जिन्हां नूं मालक प्यारा लगदा, उन्हां दे अचिंत ही काम होई जांदे, कोई विघन पैंदा ही नहीं, कोई रुकावट पैंदी नहीं। क्यों नहीं पैंदी? क्योंकि मालक कह रही भी तुसीं घरे बैठो मैं तुहाडे आप सवार दा। तो गुरमुख जिहड़े वो बैठ गए घरे, भी जदों माता पिता कह रहे भी घरे बैठो तो घरे बैठ जाने, जदों बह गए तो फिर आपे मालक सवारेगा। सो इस वास्ते हुण ये जो कहानी सारी साडे मन दी, इहनूं कहंदे प्रेम कहानी, प्रेम कथा। किवें साडा मन, किवें साडी सुरती मालक तो विछड़ी, तो फिर विछड़न तो बाद किथे किथे फिर असी रहे, फिर किवें वापस फिर मालक नाल मिलाप कीता, ये सारी नूं फिर प्रेम कहानी आखी। महाराज कहंदे अकथ कहानी प्रेम की को प्रीतम आखे आए। बई ये कहानी है प्रेम की, साडे मनां दी, साडे सारियां दी। हुण इस कहानी नूं जानन वास्ते, मालक दे नाल मिलाप करन वास्ते, जो महाराज आपां नूं सब तो पहलां कह रहे भी सिमरन करो। जिहो-जिहो असीं अभ्यास करांगे, साडे मन दे विचार फुरने रुकणगे, फिर आपां नूं इह प्रेम कहानी दी समझ लगेगी, ते फिर ही आपां इस मार्ग दे उत्ते अगे चलांगे। आओ हुण इस रस्ते ते चलण वास्ते जो आपां नूं सतगुरु इह सासगे रहस्य मन दसदे ने, आओ सारे गुरमुख प्यारे करो जी शुरू। वाहिगुरू वाहिगुरू वाहिगुरू
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ, ਇਹ ਆਪਣੇ ਮਨ ਦਾ ਅਸਲ ਹੈ ਕਰਮ ਨਿੱਜੀ ਗਾ। ਹੁਣ ਜਦੋਂ ਆਪਾਂ ਗੁਰਬਾਣੀ ਗੁਰੂ ਪਾਸੋਂ ਪੁੱਛਦੇ ਹਾਂ ਵੀ ਅਸੀਂ ਸੰਸਾਰ ਵਿੱਚ ਕੀ ਕਰਨ ਵਾਸਤੇ ਆਏ ਹਾਂ, ਸਾਡਾ ਇੱਥੇ ਆਉਣ ਦਾ ਕੀ ਮਕਸਦ ਹੈ, ਕੀ ਮਨੋਰਥ ਹੈ, ਕਾਹਦੇ ਲਈ ਅਸੀਂ ਆਏ, ਸਾਨੂੰ ਫਿਰ ਇੱਕੋ ਹੀ ਕਰਮ ਦੱਸਦੇ ਸਾਡੇ ਮਨ ਦਾ ਵੀ ਤੇਰਾ ਇੱਕ ਹੀ ਕਾਰਜ ਹੈ ਇੱਥੇ ਆਉਣ ਦਾ, ਪਰਮਾਤਮਾ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ, ਸਿਮਰਨ ਅਭਿਆਸ ਕਰਨਾ, ਭਗਤੀ ਕਰਨੀ। ਇਸ ਵਾਸਤੇ ਤੈਨੂੰ ਹੁਣ ਇਹ ਮਾਨਸ ਜਨਮ ਮਿਲੇ ਆ, ਤੈਨੂੰ ਇਹ ਜੀਵਨ ਮਿਲੇ ਆ। ਮਾਰੇ ਸਮਝਾਉਂਦੇ ਮਨ ਰੇ ਸਬਰਿਓ ਨਾ ਏਕੇ ਗਾਜਾ ਭਜਿਓ ਨਾ ਰਘਪਤ ਰਾਜਾ। ਬਈ ਤੇਰਾ ਇੱਕੋ ਹੀ ਕਾਰਜ ਇਹ, ਜੇ ਤੂੰ ਇਹਨੂੰ ਮਨਾ ਸਵਾਰੇ ਆ, ਤੈਨੂੰ ਇੱਕੋ ਹੀ ਕਾਰਜ ਦਿੱਤਾ ਸਿਮਰਨ ਕਰਨ ਦਾ, ਜੇ ਤੂੰ ਉਹ ਵੀ ਨਾ ਕੀਤਾ ਤੇ ਤੇਰਾ ਇੱਥੇ ਸੰਸਾਰ 'ਚ ਆਉਣ ਦਾ ਫਾਇਦਾ ਕੀ, ਤੇਰਾ ਇੱਥੇ ਲਾਹਾ ਕੀ ਆਉਣ ਦਾ, ਫਿਰ ਤਾਂ ਤੇਰਾ ਜੀਵਨ ਸਾਰਾ ਹੀ ਵਿਅਰਥ ਚਲਿਆ ਗਿਆ। ਇਸ ਵਾਸਤੇ ਫਿਰ ਮਹਾਰਾਜ ਦੱਸਦੇ ਵੀ ਇਹ ਮਾਨਸ ਜਾਮਾ ਦੁਰਲੰਭ ਹੈ, ਬਾਰ ਬਾਰ ਨਹੀਂ ਮਿਲਦਾ, ਨਾਮ ਤੋਂ ਬਿਨਾਂ ਇਹ ਫਿਰ ਵਿਅਰਥ ਚਲਾ ਜਾਂਦਾ।
ये मानस जन्म दुर्लभ है, नाम बिना बिरथा सब जाए। ਆਪਾਂ ਨੂੰ ਹੁਣ ਸਮਝਾਉਂਦੇ ਵੀ ਇਹਨੂੰ ਆਪਾਂ ਵਿਅਰਥ ਨਹੀਂ ਜਾਣ ਦੇਣਾ, ਇਹਦਾ ਆਪਾਂ ਵੱਧ ਤੋਂ ਵੱਧ ਲਾਹਾ ਲੈਣਾ। ਇਸ ਵਾਸਤੇ ਵੱਧ ਤੋਂ ਵੱਧ ਇਹ ਆਪਾਂ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਅਤੇ ਵੱਧ ਤੋਂ ਵੱਧ ਇਹ ਸਤਸੰਗਤ ਕਰਨੀ। ਇਹ ਜੋ ਕਹਾਣੀ ਸਤਿਗੁਰੂ ਆਪਾਂ ਨੂੰ ਆਪਣੀ ਸੁਣਾਉਂਦੇ, ਇਹ ਆਪਾਂ ਵਾਰ-ਵਾਰ ਸੁਣਨੀ। ਜਿੱਥੋਂ ਨਹੀਂ ਸਮਝ ਲੱਗਦੀ ਆਪਾਂ ਪੁੱਛਣਾ। ਇਹਦੇ ਵਿੱਚ ਆਪਾਂ ਕੋਈ ਲੋਕ ਲੱਜਾ ਜਾਂ ਸ਼ਰਮ ਮਹਿਸੂਸ ਨਹੀਂ ਕਰਨੀ। ਜਿਵੇਂ ਇੱਕ ਪਰਿਵਾਰ ਦੇ ਵਿੱਚ ਆਪਾਂ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਹਾਂ, ਕੋਈ ਸੰਗਦਾ ਨਹੀਂ, ਸ਼ਰਮਾਉਂਦਾ ਨਹੀਂ। ਇਸੇ ਤਰ੍ਹਾਂ ਹੀ ਸਤਸੰਗਤ ਰੂਪ ਵਿੱਚ ਹੀ ਆਪਾਂ ਸਾਰਾ ਇੱਕ ਪਰਿਵਾਰ ਹੈ। ਜਦੋਂ ਵੀ ਆਪਾਂ ਨੂੰ ਸਮਝ ਨਹੀਂ ਲੱਗਦੀ, ਆਪਾਂ ਇੱਕ ਦੂਸਰੇ ਨਾਲ ਵਿਚਾਰ ਕਰਨੀ ਹੁੰਦੀ। ਨਹੀਂ ਪਤਾ ਲੱਗਦਾ, ਆਪਾਂ ਪੁੱਛਣਾ ਵਾਰ-ਵਾਰ, ਤਾਂ ਕਿ ਇਹ ਜੋ ਕਹਾਣੀ ਸਾਡੀ ਆਪਣੀ ਸਾਡੇ ਦਿਲ ਦਿਮਾਗ 'ਚ ਚੰਗੀ ਤਰ੍ਹਾਂ ਬੈਠ ਜੇ, ਸਾਨੂੰ ਸਮਝ ਲੱਗ ਜੇ। ਜੇ ਸਾਨੂੰ ਸਮਝ ਲੱਗੇਗੀ ਤਾਂ ਫਿਰ ਹੀ ਅਸੀਂ ਘਰ ਵਾਪਸ ਜਾ ਸਕਦੇ, ਫਿਰ ਹੀ ਅਸੀਂ ਖੇਲ ਨੂੰ ਜਿੱਤ ਸਕਦੇ। ਇਸ ਵਾਸਤੇ ਇਸ ਨੂੰ ਆਰਜ਼ੀ ਨਹੀਂ ਲੈਣਾ। ਇਹ ਨਹੀਂ ਸਮਝਣਾ ਵੀ ਆਪਾਂ ਚਲੋ ਗੁਰੂ ਘਰ ਚੱਲੇ ਹਾਂ, ਜਿਵੇਂ ਆਮ ਜਾਂਦੇ ਬਈ ਗਏ, ਚਲੋ ਮੱਥਾ ਟੇਕ ਕੇ ਜਾਂ ਬਿੰਦ ਬੈਠ ਕੇ ਵਾਪਸ ਆ ਗਏ। ਇਹ ਉਹ ਨਹੀਂ ਹੈ, ਇਹ ਮੇਲਾ ਟਾਈਪ ਨਹੀਂ ਹੈ। ਇਸੇ ਆਪਾਂ ਆਉਣਾ ਕੁਝ ਨਾ ਕੁਝ ਸਿੱਖਣ ਵਾਸਤੇ, ਇੱਥੋਂ ਲੈ ਕੇ ਜਾਣਾ ਕੁਝ ਨਾ ਕੁਝ ਪੱਲੇ ਨਾਲ ਬੰਨ੍ਹ ਕੇ, ਤਾਂ ਕਿ ਜਦੋਂ ਆਪਾਂ ਘਰਾਂ 'ਚ ਵਾਪਸ ਜਾਈਏ, ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਪਤਾ ਲੱਗੇ ਵੀ ਇਹ ਸੰਗਤ ਕਰਦੇ ਨੇ, ਇਹਨਾਂ ਦੇ ਅੰਦਰ ਕੁਝ ਨਾ ਕੁਝ ਬਦਲ ਰਿਹਾ, ਬਦਲਾਅ ਆ ਰਹੇ। ਫਿਰ ਉਹ ਲੱਗਣਗੇ, ਫਿਰ ਉਹ ਸਮਝਣਗੇ, ਫਿਰ ਉਹ ਸੁਣਨਗੇ। ਜੇ ਹੁਣ ਆਪਣੇ ਅੰਦਰ ਹੀ ਨਹੀਂ ਕੁਝ ਬਦਲਾਅ ਆਇਆ, ਜਦੋਂ ਹੁਣ ਆਪਾਂ ਇੱਥੋਂ ਜਾਣਾ, ਉਹਨਾਂ ਨੇ ਸ਼ਬਦ ਦੀ ਚੋਟ ਮਾਰਨੀ। ਕਿਉਂਕਿ ਇਹ ਖੇਲ ਹੈ ਪੰਜਾਂ ਦਾ। ਮਨ ਜਦੋਂ ਸੁੱਤੇ ਹੁੰਦੇ, ਉਹਨਾਂ ਨੇ ਕੁਝ ਨਾ ਕੁਝ ਐਸੀ ਚੋਟ ਮਾਰਨੀ, ਜਿਵੇਂ ਕਹਿਣਗੇ ਆ ਕੇ ਵੱਡੇ ਭਗਤ ਵਾਹਿਗੁਰੂ ਵਾਹਿਗੁਰੂ ਵਾਲੇ ਆ ਗਏ। ਅਤੇ ਜੇ ਆਪਾਂ ਨੂੰ ਉਹਨਾਂ ਦਾ ਗੁੱਸਾ ਲੱਗਿਆ ਅਤੇ ਫਿਰ ਉਹਨਾਂ ਨੇ ਸਮਝ ਜਾਣਾ ਬਈ ਇਹ ਗੁੱਸਾ ਕਰਦੇ, ਬਈ ਇਹਨਾਂ ਦੇ ਅੰਦਰ ਬਦਲਾਅ ਕੋਈ ਨਹੀਂ ਆਇਆ। ਅਤੇ ਜੇ ਆਪਾਂ ਕੁਝ ਬੋਲੇ ਨਹੀਂ, ਆਪਾਂ ਹੱਸ ਪਏ, ਅਤੇ ਫਿਰ ਉਹਨਾਂ ਨੂੰ ਲੱਗੇਗਾ ਵੀ ਨਹੀਂ ਠੀਕ ਹੈ, ਵੀ ਇਹ ਕਰਦੇ ਨੇ ਅਤੇ ਇਹਨਾਂ ਦੇ ਅੰਦਰ ਕੁਝ ਨਾ ਕੁਝ ਠਹਿਰਾਓ ਆ ਰਿਹਾ, ਇਹਨਾਂ ਦੇ ਅੰਦਰ ਸਹਿਜ ਆ ਰਹੀ ਹੈ। ਸੋ ਇਸ ਵਾਸਤੇ ਫਿਰ ਪਹਿਲਾਂ ਉਹਨਾਂ ਨੇ ਆਪਾਂ ਨੂੰ ਦੇਖਣਾ ਵੀ ਇਹ ਜਾਂਦੇ, ਇਹਨਾਂ ਦੇ ਅੰਦਰ ਕੁਝ ਬਦਲਾਅ ਆਉਂਦਾ ਵੀ ਹੈ ਕਿ ਜਾਂ ਨਹੀਂ ਆਉਂਦਾ। ਜੇ ਆਪਾਂ ਉਸੇ ਤਰ੍ਹਾਂ, ਜੇ ਉਹਨਾਂ ਨੇ ਆਪਾਂ ਨੂੰ ਮਾੜਾ ਜਿਹਾ ਆਖਿਆ, ਆਪਾਂ ਅੱਗੇ ਦੋ ਹੋਰ ਸੁਣਾਤੀਆਂ, ਆਪਾਂ ਨੂੰ ਗੁੱਸਾ ਆ ਗਿਆ ਵੀ ਤੁਸੀਂ ਇੱਥੇ ਬੈਠੇ ਹੀ ਹੋ, ਜਾਂ ਆਪਾਂ ਉਹਨਾਂ ਨੂੰ ਕੁਝ ਇੱਦਾਂ ਦਾ ਬੋਲ ਦਿੱਤਾ ਫਿੱਕਾ ਵੀ ਇੱਥੇ ਬੈਠੇ ਕੀ ਕਰਦੇ ਹੋ, ਤੁਸੀਂ ਵੀ ਚੱਲਿਆ ਕਰੋ। ਜੇ ਆਪਾਂ ਗੁੱਸੇ ਨਾਲ ਬੋਲੇ ਆ, ਉਹਨਾਂ ਨੂੰ ਪਤਾ ਲੱਗ ਜਾਣਾ ਬਈ ਇਹਨਾਂ ਦੇ ਅੰਦਰ ਉਵੇਂ ਹੀ ਕਰੋਧ ਉਵੇਂ ਹੀ ਹੈ, ਕੁਝ ਬਦਲਿਆ ਨਹੀਂ ਹੈ। ਅਤੇ ਜੇ ਆਪਾਂ ਸਹਿਜ ਵਿੱਚ ਰਹੇ, ਕੁਝ ਨਾ ਵੀ ਬੋਲੀਏ, ਫਿਰ ਉਹਨਾਂ 'ਤੇ ਅਸਰ ਹੁੰਦਾ। ਸੋ ਇਸ ਵਾਸਤੇ ਆਪਾਂ ਇਸ ਨੂੰ ਆਰਜ਼ੀ ਨਹੀਂ ਲੈਣਾ, ਆਪਾਂ ਆਪਦੇ ਆਪ ਨੂੰ ਬਦਲਣਾ ਹੈ ਵੀ ਆਪਦਾ ਆਪਾਂ ਸਿਮਰਨ ਕਰਨਾ। ਜਦੋਂ ਅਭਿਆਸ ਕਰਾਂਗੇ ਅਤੇ ਬਦਲਾਅ ਸਾਡੇ ਅੰਦਰ ਆਪਣੇ ਆਪ ਹੀ ਆ ਜਾਣਾ। ਸੋ ਜਦੋਂ ਨਹੀਂ ਕਰਦੇ ਫਿਰ ਨਹੀਂ ਬਦਲਾਅ ਆਉਂਦਾ। ਸੋ ਇਸ ਵਾਸਤੇ ਹੁਣ ਆਪਾਂ ਇਹ ਵੱਧ ਤੋਂ ਵੱਧ ਸੰਗਤ ਕਰਨੀ, ਅਭਿਆਸ ਕਰਨਾ। ਬਾਕੀ ਇਹ ਜੋ ਸਾਰਾ ਭੇਤ ਆਪਾਂ ਨੂੰ ਗੁਰਮੁਖਾਂ ਨੇ ਦਿੱਤਾ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਜੋ ਆਪਣੇ ਜੀਵਨ ਦਾ ਅਸਲ ਮਕਸਦ ਹੈ ਸਾਰਿਆਂ ਦਾ, ਕਿਵੇਂ ਆਪਾਂ ਮਾਲਕ ਤੋਂ ਵਿਛੜੇ ਹਾਂ, ਕਿਵੇਂ ਮਿਲਣਾ। ਇਹ ਜੋ ਗਿਆਨ ਰਤਨ ਸਤਿਗੁਰੂ ਆਪਾਂ ਨੂੰ ਬਖਸ਼ਿਸ਼ ਕਰਦੇ, ਜਦੋਂ ਇਹ ਗਿਆਨ ਰਤਨ ਹੋ ਜਾਏਗਾ ਅਤੇ ਫਿਰ ਆਪਾਂ ਨੂੰ ਪਤਾ ਲੱਗੇਗਾ ਵੀ ਇਹ ਸਾਡਾ ਸਰੀਰ, ਇਹ ਹਰੀ ਦਾ ਮੰਦਰ ਹੀ, ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਈ। ਜਦੋਂ ਸਾਨੂੰ ਗਿਆਨ ਰਤਨ ਹੋ ਗਿਆ, ਫਿਰ ਸਾਨੂੰ ਪਤਾ ਲੱਗਣਾ ਵੀ ਹਰੀ ਦਾ ਮੰਦਰ ਮਾਲਕ ਅੰਦਰ ਹੀ ਸਾਡੇ ਵੱਸਦਾ ਹੈ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।